ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇਹ। ਬਿਨ ਗੁਣ ਕਾਮ ਨ ਆਵਈ ਟਹ ਢੇਰੀ ਤਨ ਖੇ। ਮੇਰੇ ਮਨ ਲੈ ਲਾਹ ਕਰ ਜਾਹੇ। ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ। ਰਹਾਉ ਸੁਣ ਸੁਣ ਗੰਡਨ ਗੰਢੀਐ ਲਿਖ ਪੜ ਬੁਝੈ ਭਾਰ। ਤ੍ਰਿਸ਼ਨਾ ਅਹਨਸ ਅਗਲੀ ਹਉ ਮੈਂ ਰੋਗ ਵਿਕਾਰ। ਉਹ ਬੇਪਰਵਾਹ ਅਤੋਲਵਾ ਗੁਰਮਤਿ ਕੀਮਤ ਸਾਰ। ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨ ਤ੍ਰਾਪੀਆ
ਬਿਨ ਨਾਮੈ ਦੁਖ ਸੰਤਾਪ, ਹਰ ਜਪ ਜੀਅਰੇ ਛੁਟੀਐ, ਗੁਰਮੁਖ ਚੀਨੈ ਆਪ, ਤਨ ਮਨ ਗੁਰ ਪੈ ਵੇਚਿਆ, ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ, ਤ੍ਰਿਭਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 20 ਅੰਗ ਤੇ ਦਰਜ ਹੈ। ਜੋ ਸ਼ਬਦ ਕੱਲ ਪੜ੍ਹਿਆ ਗਿਆ ਸੀ ਉਹਦਾ ਇੱਕ ਬੰਦ ਬਾਕੀ ਸੀ। ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸ਼ਾਬਾਸ਼, ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ, ਜੀਉ ਪਿੰਡ ਪ੍ਰਭ ਪਾਸ। ਇਸ ਸ਼ਬਦ ਦੀ, ਇਸ ਪਦੇ ਦੀ ਵਿਚਾਰ ਕੱਲ ਸੰਪੂਰਨ ਭਾਈ ਸਾਹਿਬ ਜੀ ਨੇ ਕਰ ਦਿੱਤੀ ਸੀ। ਸੋ ਅੱਜ ਵਾਲੇ ਸ਼ਬਦ ਦੀ ਵਿਚਾਰ ਭਾਈ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਤਖਤ ਦਮਦਮਾ ਸਾਹਿਬ, ਗੁਰੂ ਕੀ ਕਾਂਛੀ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਕੱਲ੍ਹ 22 ਤਰੀਕ ਹੈ, ਜੋ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ। ਅੱਜ ਸ਼ਾਮ ਤੋਂ ਲੈ ਕੇ ਕੱਲ੍ਹ ਰਾਤ ਤੱਕ ਲੱਖਾਂ ਹੀ ਸੰਗਤਾਂ ਨੇ ਆ ਕੇ ਬੰਗਲਾ ਸਾਹਿਬ ਮੱਥਾ ਟੇਕਣਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਨੇ। ਸੋ ਮੇਰੀ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ
ਵੱਧ ਤੋਂ ਵੱਧ ਵਲੰਟੀਅਰ ਰੂਪ ਦੇ ਵਿੱਚ ਸੇਵਾ ਵਿੱਚ ਵੀ ਜ਼ਰੂਰ ਹਾਜ਼ਰ ਹੋਵੋ। ਮੱਥਾ ਟੇਕਣਾ ਬਹੁਤ ਵੱਡਾ ਪੁੰਨ ਹੈ, ਧਰਮ ਹੈ। ਦੂਜਿਆਂ ਨੂੰ ਮੱਥਾ ਟੇਕਣ ਵਿੱਚ ਮਦਦ ਕਰਨੀ ਇਹ ਵੀ ਬਹੁਤ ਵੱਡੀ ਸੇਵਾ ਹੈ। ਸੋ ਲੰਗਰਾਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਸੱਜਣ ਬਾਹਰ ਸਟਾਲ ਲਾਉਣ ਦੀ ਖੇਚਲ ਨਾ ਕਰੇ। ਰਸਦ ਵੀ ਗੁਰੂ ਕੇ ਲੰਗਰ ਵਿੱਚ ਦਿਓ, ਸੇਵਾ ਵੀ ਆਪਣੇ ਹੱਥੀਂ ਗੁਰੂ ਕੇ ਲੰਗਰ ਵਿੱਚ ਆ ਕੇ ਕਰੋ। ਬਾਹਰ ਗੱਡੀਆਂ ਦੀ ਪਾਰਕਿੰਗ ਹੋ ਸਕੇ, ਅੰਦਰ ਜੋੜੇ ਜਮ੍ਹਾਂ ਹੋ ਸਕਣ ਔਰ ਬੜੇ ਧਿਆਨ ਨਾਲ ਸਾਰੀ ਸੰਗਤ ਨੂੰ ਮੱਥਾ ਟਿਕਾਇਆ ਜਾ ਸਕੇ। ਸਰੋਵਰ ਦੀ ਪਵਿੱਤਰਤਾ, ਦਰਬਾਰ ਦਾ ਅਦਬ ਅਸੀਂ ਸਾਰੇ ਰੱਖ ਸਕੀਏ ਔਰ ਇਸ ਗੱਲ ਦਾ ਧਿਆਨ ਰੱਖੀਏ ਕਿਸੇ ਦਾ ਪਰਸ, ਕਿਸੇ ਦਾ ਮੋਬਾਈਲ ਚੋਰੀ ਨਾ ਹੋਵੇ। ਕੱਲ੍ਹ 10:30 ਵਜੇ ਥੋੜ੍ਹੀ ਜਿਹੀ ਸੰਗਤ ਸੀ ਔਰ ਕਈ ਟੈਲੀਫੋਨ ਚੋਰੀ ਹੋ ਗਏ। ਸੋ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਵਲੰਟੀਅਰ ਬਣੇ ਨੇ ਕਿ ਆਪ ਜੀ ਨੇ ਵੱਧ ਤੋਂ ਵੱਧ ਸਮਾਂ ਆ ਕੇ ਹਾਜ਼ਰੀ ਜ਼ਰੂਰ ਭਰਨਾ ਜੀ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਦੀਦਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ। ਪਾਕ ਪਰ ਬਿਦਗਾਰ ਤੂੰ, ਖੁਦ ਖਸਮ ਵੱਡਾ ਅਤੋਲ। ਵੱਡੜਾ ਚਾਲ ਚਲੁੰਬਲੈ, ਨਾਬੜਾ ਲਈਐ ਕਿਸ। ਨਾਉ ਲਈਐ ਪਰਮੇਸ਼ਰੈ, ਪੰਨਣ ਖੜਨ ਸਮਰੱਥ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਬਖਿਆਨ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਬਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਬਾਣੀ ਬਿਰਲਾ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ।
ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਜਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਪਾਵਨ ਪਵਿੱਤਰ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਵ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਪੋਥੀ ਪਰਮੇਸ਼ਰ ਕਾ ਥਾਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਹਿਮਤ ਭਰੀ ਬਖਸ਼ਿਸ਼ ਭਰੀ ਹਜ਼ੂਰੀ ਦੇ ਅੰਦਰ ਸਤਿਗੁਰੂ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਸੋਹਣੇ ਦਰਬਾਰ ਦੇ ਅੰਦਰ ਜੁੜ ਬੈਠੀ ਸਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਇਹ ਸੁਭਾਗੀਆਂ ਵਡਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਵੱਡੇ ਭਾਗ ਨੇ ਆਪਾਂ ਨੂੰ ਖਾਲਸਾ ਪੰਥ ਜੀ ਦੇ ਉਹਨਾਂ ਮਹਾਨ ਪਵਿੱਤਰ ਅਸਥਾਨਾਂ ਦੇ ਉੱਪਰ ਜੁੜ ਬੈਠਣ ਦਾ, ਗੁਰਬਾਣੀ ਕੀਰਤਨ ਗੁਰਬਾਣੀ ਕਥਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਨ੍ਹਾਂ ਸਥਾਨਾਂ 'ਤੇ ਬਾਲਾ ਪ੍ਰੀਤਮ ਅਸ਼ਟਮ ਬਲਵੀਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਏ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਬੜੀ ਨਿਮਰਤਾ ਸਹਿਤ ਬੇਨਤੀ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਦੋਂ ਅਸੀਂ ਪੜ੍ਹਦੇ ਹਾਂ ਵੀ ਮਹਾਰਾਜ ਨੇ ਜਿਹੜੀ ਅਰਦਾਸ ਬਖਸ਼ਿਸ਼ ਕੀਤੀ ਹੈ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲੈਨ ਤੇ ਆਏ, ਉਹਦੇ ਵਿੱਚ ਮੁੱਢਲੀਆਂ 4-5 ਪੰਕਤੀਆਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਸਾਹਿਬਾਨਾਂ ਦੇ ਨਾਮ ਲਏ ਨੇ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਨਾਮ ਲਿਆ ਗਰੀਬ ਨਵਾਜ਼ ਨੇ, ਉਦੋਂ ਵਿਸ਼ੇਸ਼ ਤੌਰ 'ਤੇ ਇਹ ਵਚਨ ਕੀਤੇ ਨੇ, ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਇਹ ਬਹੁਤ ਕੀਮਤੀ ਪੰਕਤੀ ਹੈ, ਇਹ ਬਹੁਤ ਧਿਆਨ ਮੰਗਦੀ ਹੈ। ਕਈ ਵਾਰੀ ਅਸੀਂ ਅਵੇਸਲੇ ਪੰਚ ਇਹ ਪੰਕਤੀਆਂ ਪੜ੍ਹ ਜਾਂਦੇ ਹਾਂ, ਯਾਦ ਸਾਰਿਆਂ ਨੂੰ ਨੇ ਤਕਰੀਬਨ, ਕੰਠ ਨੇ, ਰੋਜ਼ਾਨਾ ਪੜ੍ਹਦੇ ਹਾਂ, ਪਰ ਜਿੰਨਾ ਇਹ ਪੰਕਤੀ ਧਿਆਨ ਮੰਗਦੀ ਹੈ ਸ਼ਾਇਦ ਅਸੀਂ ਉਤਨਾ ਧਿਆਨ ਦੇਣ ਦੇ ਵਿੱਚ ਅਵੇਸਲੇ ਰਹੇ ਹਾਂ। ਦੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਆਪਾਂ ਇਤਿਹਾਸ ਜਦੋਂ ਪੜ੍ਹਦੇ ਹਾਂ, ਇਹਨਾਂ ਦੇ ਭਰਾ ਜਿਹੜੇ ਸਨ ਬਾਬਾ ਰਾਮ ਰਾਏ, ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਸਨਾ ਦੇ ਵਿੱਚੋਂ ਆਪਣੇ ਪੁੱਤਰ ਬਾਬਾ ਰਾਮ ਰਾਏ ਜੀ ਦੇ ਬਾਰੇ ਜਿਹੜੇ ਬਚਨ ਕੀਤੇ ਸਨ, ਜਿਨ ਪੈ ਬਾਣੀ ਅਦਬ ਨ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਉਹ ਵੱਡੀ ਇਤਿਹਾਸਕ ਘਟਨਾ ਵਾਪਰਦੀ ਹੈ ਜਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਸਮੇਂ ਦਾ ਬਾਦਸ਼ਾਹ ਤਲਬ ਕਰਦਾ ਵੀ ਤੁਸੀਂ ਦਾਰਾ ਸ਼ਿਕੋ ਦੀ ਮਦਦ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਹੀਂ ਆਏ, ਉਹਨਾਂ ਨੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦਾ ਜ਼ਿਕਰ ਆਉਂਦਾ, ਪਰ ਬਾਬਾ ਰਾਮ ਰਾਏ ਜੀ ਨੂੰ ਜਿਹੜੇ ਹੁਕਮ ਦੇ ਕੇ ਭੇਜਿਆ, ਕੁਝ ਹਦਾਇਤਾਂ ਸਨ, ਕੁਝ ਹੁਕਮ ਸਨ। ਮਹਾਰਾਜ ਨੇ ਆਖਿਆ ਸੀ ਮੇਰੇ ਪੁੱਤਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਗੁਰੂ ਨਾਨਕ ਕਿਰਪਾ ਕਰਨਗੇ। ਬਾਬਾ ਰਾਮ ਰਾਏ ਜੀ ਆਏ, ਬਾਦਸ਼ਾਹ ਨੂੰ ਮਿਲਦੇ ਨੇ, ਲੰਮਾ ਚੌੜਾ ਇਤਿਹਾਸ ਹੈ, ਪਰ ਉਹਨੇ ਕਿਤੇ ਨਾ ਕਿਤੇ ਪਿਤਾ ਜੀ ਦੇ ਵਚਨਾਂ ਦੀ ਅਦੂਲੀ ਵੀ ਕੀਤੀ।
ਹੁਕਮਾਂ ਦੀ ਸਹੀ ਰੂਪ ਦੇ ਵਿੱਚ ਪਾਲਣਾ ਨਾ ਕਰ ਸਕਿਆ, ਬਾਦਸ਼ਾਹ ਦਾ ਪ੍ਰਭਾਵ ਕਬੂਲ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਆਸਾ ਦੀ ਵਾਰ ਦੀਆਂ ਉਹ ਪਾਵਨ ਲਾਈਨਾਂ ਜਿਹਦਾ ਕੀਰਤਨ ਤੁਸੀਂ ਹੁਣੇ ਹੀ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਹਾਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਬਾਬਾ ਰਾਮ ਰਾਏ ਨੇ ਪਿਤਾ ਜੀ ਦੇ ਵਚਨਾਂ ਤੋਂ ਵਿਪਰੀਤ ਜਾ ਕੇ ਹੁਕਮਾਂ ਦੀ ਇਉਂ ਕਹਿ ਲਓ ਵੀ ਪਰਵਾਹ ਨਾ ਕਰਦੇ ਆ, ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਕਿਹਾ। ਬਾਦਸ਼ਾਹ ਦੀਆਂ ਖੁਸ਼ੀਆਂ ਲਈਆਂ, ਪਰ ਗੁਰੂ ਪਿਤਾ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਦੀ ਨਾਰਾਜ਼ਗੀ। ਸਤਿਗੁਰਾਂ ਨੇ ਆਖਿਆ ਸੀ ਵੀ ਤੁਸੀਂ ਬਾਣੀ ਦਾ ਅਦਬ ਨਹੀਂ ਕਾਇਮ ਰੱਖਿਆ, ਤੁਹਾਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਤੇ ਇਤਿਹਾਸ ਦੇ ਬੋਲ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਮ ਰਾਏ ਨੂੰ ਮੱਥੇ ਨਾ ਲਾਇਆ। ਰਾਮ ਰਾਏ ਪੰਥ ਚੋਂ ਛੇਕਣ ਤੱਕ ਦਾ ਜ਼ਿਕਰ, ਪਰ ਮੈਂ ਬੇਨਤੀ ਕਰ ਰਿਹਾ ਸੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਇਹਨਾਂ ਨੇ ਪਿਤਾ ਜੀ ਦੇ ਹੁਕਮ ਮੰਨੇ, ਪਿਤਾ ਜੀ ਦੀ ਰਜ਼ਾ ਵਿੱਚ ਰਹਿਣਾ ਕੀਤਾ, ਸਤਿਗੁਰੂ ਪਾਤਸ਼ਾਹ ਜੀ ਦੀਆਂ ਐਡੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਦਾ ਸਿੰਘਾਸਨ, ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ, ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਛੋਟੀ ਉਮਰ ਦੇ ਅੰਦਰ। ਇਸੇ ਕਰਕੇ ਅਸੀਂ ਉਹਨਾਂ ਨੂੰ ਬਾਲਾ ਪ੍ਰੀਤਮ ਆਖਦੇ ਹਾਂ, ਅਸ਼ਟਮ ਬਲਵੀਰਾ। ਆਪਾਂ ਉਹਨਾਂ ਦੇ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ, ਬੜੀਆਂ ਤਿਆਰੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਪੌੜੀ ਦੇ ਅੰਦਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਲਈ ਜਿਹੜੇ ਸ਼ਬਦ ਵਰਤੇ ਨੇ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਮੈਂ ਸੋਚ ਰਿਹਾ ਸਾਂ ਸਕਾ ਭਰਾ ਹੈ ਰਾਮ ਰਾਏ, ਉਹਦੇ ਮੱਥੇ ਗੁਰੂ ਸਾਹਿਬ ਨੇ ਆਖਿਆ ਮੇਰੇ ਮੱਥੇ ਨਾ ਲੱਗੇ, ਉਹਨੂੰ ਮੱਥੇ ਨਹੀਂ ਲਾਇਆ ਔਰ ਉਹਦੀ ਬੇਦਖਲੀ ਹੋ ਗਈ, ਛੇਕਤਾ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜਿਹੜਾ ਵੀ ਦਰਸ਼ਨ ਕਰੇਗਾ ਔਰ ਉਹਦੇ ਸਾਰੇ ਸਰੀਰਕ ਕੀ ਮਾਨਸਿਕ ਕੀ ਸਾਰੇ ਦੁੱਖ ਦਲਿੱਦਰ ਖਤਮ ਹੋਣਗੇ। ਸੋ ਧਿਆਨ ਧਰਿਓ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ। ਆਪਾਂ ਭਾਗ ਵਾਲੇ ਉਹਨਾਂ ਦੇ ਪਵਿੱਤਰ ਸਥਾਨ 'ਤੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਵੱਡੇ ਭਾਗ ਨੇ ਜੋ ਬਾਣੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਇਹਨਾਂ ਪਾਵਨ ਸਥਾਨਾਂ ਦੇ ਉੱਪਰ ਲੜੀਵਾਰ ਸ਼ਬਦ ਵਿਚਾਰ, ਕਥਾ ਵਿਚਾਰ ਚੱਲ ਰਹੀ ਹੈ। ਉਸੇ ਲੜੀ ਤਹਿਤ ਸਿੰਘ ਸਾਹਿਬ ਜੀ ਹੋਰਾਂ ਨੇ ਪਾਠ, ਮੂਲ ਪਾਠ ਸਰਵਣ ਕੀਤਾ, ਆਪ ਜੀ ਨੇ ਸਰਵਣ ਕੀਤਾ, ਉਹਨਾਂ ਨੇ ਸਰਵਣ ਕਰਵਾਇਆ। ਆਓ ਸੀਮਤ ਸਮੇਂ ਦੇ ਅੰਦਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਕੀ ਸੇਧ, ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਫਿਰ ਸਾਰੀ ਸੰਗਤ ਮਨ ਦੀ ਇਕਾਗਰਤਾ ਵਾਸਤੇ ਸਭਨਾਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਹੋ ਜਾਏ। ਪਿਆਰ ਨਾਲ ਉਚਾਰਨ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਵਨ ਸਾਸ ਹੈ, ਤਬ ਲਗ ਇਹ ਤਨ ਦੇਹ। ਇਹ ਸ਼ਬਦ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਜਿਹਦੀ ਆਪਾਂ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ। ਸ੍ਰੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਥਮ ਰਾਗ ਹੈ, ਪਹਿਲਾ ਰਾਗ ਹੈ। ਔਰ ਇਸ ਰਾਗ ਦੇ ਅੰਦਰ ਪ੍ਰਥਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਮੁਬਾਰਕ ਰਸਨਾ ਚੋਂ ਨਾਜ਼ਲ ਹੋਇਆ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਚੋਂ ਉਚਾਰਨ ਕੀਤਾ ਹੋਇਆ। ਗੁਰੂ ਕੀ ਸੰਗਤ, ਇਹ ਪਾਵਨ ਸ਼ਬਦ 4 ਬੰਦਾਂ ਦਾ ਹੈ। ਆਕਾਰ ਪੱਖ ਤੋਂ 4 ਬੰਦ ਨੇ ਇਸ ਪਾਵਨ ਸ਼ਬਦ ਦੇ, ਪਰ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ, ਰਹਾਉ ਦੀਆਂ ਪੰਕਤੀਆਂ ਨੇ ਜੋ ਕਿ ਸ਼ਬਦ ਦਾ ਮੁੱਖ ਭਾਵ ਨੇ, ਜਿਹਦੇ ਅੰਦਰ ਸ਼ਬਦ ਦਾ ਤੱਤ ਭਾਵ ਹੈ। ਆਪਾਂ ਰਹਾਉ ਦੀਆਂ ਪੰਕਤੀਆਂ ਨੂੰ ਸਭ ਤੋਂ ਪਹਿਲਾਂ ਵਿਚਾਰਾਂਗੇ
क्योंकि बाकी का सारा शब्द रहाऊ दीयां पंक्तियां की परिक्रमा कर रहा है। महाराज रहाऊ दीयां पंक्तियां के अंदर की वचन कर रहे ने, मेरे मन लै लाहा कर जाहे, गुरमुख नाम सलाही है, हमै निवरी पाहे। रहाओ, रहाओ का भाव ठहराओ भी हुंदा है। जदों आपां निरंतर शब्द पढ़ रहे हैं, पाठ कर रहे हैं, जिथे रहाओ का बंद आउंदा है, उहदा भाव है भी इहनूं बहुत ध्यान नाल पढ़ना है, इहनूं रोक के पढ़ना है। इहदे विच कुछ खास इशारा किया गया। रहाओ दीयां पंक्तियां दे अंदर महाराज कहन लगे, मेरे मन, ये शब्द अपने मन नूं संबोधन होके है। ये फस्ट परसन दे विच है, उत्तम पुरख दे विच गल हो रही है। महाराज कहंदे, हे मेरे मन, लै लाहा कर जा, तू लाहा लैके अपने जिहड़ा तेरा असली घर है उहदे विच जाना कर। हुण इत्थे ध्यान देना, जिहड़ी मेन ध्यान देण जो गल है वह है लाहा शब्द। लाहा शब्द गुरबाणी दे विच बहुत बार आया, बेअंत बार आया। ते तुसी महाराज दे शब्द पढ़दे हो रोज़ सौण वेले, जिथे सतगुरु सच्चे पातशाह जी ने बचन कीते ने, ईहा खाट चलो हर लाहा, आगे बसन सुहेला। महाराज कहंदे इत्थे लाहा खट के जाओ, अगला तुहाडा जीवन सुहेला होएगा, सौखा होवेगा। इस पासे बहुत ध्यान देने की लोड़ है। दूसरा था महाराज ने तो इत्थों तक भी बाणी च आख्या, ऐ प्राणी, ऐ जीव, तू इस गल नूं हमेशा याद रख, ये गल नूं अपने जहन दे विच बचा के रख, किहड़ी तू इस संसार विच आया ते तेरे आउण दा कोई परपज़ है, तेरे आउण दा कोई मकसद है। तू संसार विच जे आया, तू इत्थे कुछ करन आया सैं। असीं यही भुल गए भी की करन आए सी, ते जिहड़ा कुछ करन आए सी उस पासे ध्यान नहीं दिता, असीं होर बहुत कुछ करते रहे। जिंदगी लंघ जाती है, जीवन लंघ जाता, सदा आ जाता तो मनुख तुर जाता है। जिहड़ा काम मनुख करन आया वो करदा ही नहीं है। इसे करके गरीब नवाज सानू थां थां ते सुचेत करदियां कह रहे ने, किड्डे प्यारे बचन ने संगत जी, जिथे महाराज सानू सारिआं नू कह रहे ने, प्राणी मात्र नू, प्राणी तू आया लाहा लैण। देखो ये किसी एक लई नहीं शब्द, ये साडे सारिਆਂ ਲਈ है, सारे मनुखी जीवन ਲਈ है। हे प्राणी, हे जीव, तू संसार विच जे आया तां लाहा लैण आया लाहा लैण। एक गल होर कहती महाराज ने, लगा कित को फकड़ै, सब मुकदी चली रैण। तेरी जीवन रूपी रात मुकदी जा रही है, समा तेरे हाथ विचों निकलदा जा रहा है, ते लाहा लै, लाहे दा वक्त है। गुरु नानक साहब जी महाराज एक थां ते होर बड़ा प्यारा बचन करते हैं, कहंदे लाहे कारण आया जग। उत्थे जग दे गगे नूं सिहारी है, जीव लाहा लैण ही जगत विच आया सी। लाहा लाहे कारण आया जग, ये आपां सारिआं दा ही शब्द है। लाहा लैण आए सी। बखरी गल है भी सानू तो उस ना लाहे दा पता लग्या ते ना सानू इस पासे कदे असीं ध्यान दिता, ते जदों ध्यान ही नहीं दिता, पता ही नहीं लग्या, फिर लाहा किवें प्राप्त करांगे। गुरु साहब सच्चे पातशाह जी ने तां बाणी च बार बार आख्या। इसे करके तो गुरु महाराज कहंदे सन बई चेतना है तो चेत लै निस दिन मह प्राणी, छिन छिन औद बेहात है, फूटे घट ज्यों पानी, हर गुण काहे न गावही मूर्ख अज्ञाना, झूठे लालच लग के न मरन पछाना रहाओ। पर महाराज ने अखीरे भी कहा, अज हूँ कछ बिगड़ियो नहीं, हाले कुछ नहीं बिगड़िया, हाले बहुत कुछ तुसी कर सकते हो। बाणी ना तुहानू सकारात्मक सोच देंदी है, बाणी नैगेटिविटी नहीं दिंदी, याद रखियो। बाणी पढ़न वाला बंदा पॉजिटिव रहिंदा है, बाणी पढ़न वाला बंदा हमेशा ये सोचता भी हाले बहुत कुछ असीं कर सकते हाँ, हौसला देंदी है बाणी।
ਇਸ ਕਰਕੇ ਮਹਾਰਾਜ ਕਹਿੰਦੇ ਅੱਜ ਹੂੰ ਕੱਛ ਬਿਗੜਿਓ ਨਹੀਂ, ਹਾਲੇ ਕੁਝ ਵਿਗੜਿਆ ਨਹੀਂ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭੂ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਆਇਆ ਲਾਹਾ ਲੈਣ। ਇਸ ਸੰਸਾਰ ਦੇ ਵਿੱਚ ਲਾਹਾ ਸ਼ਬਦ ਕੀ ਹੈ? ਤੁਸੀਂ ਪੰਜਾਬੀ ਕੋਸ਼ ਪੜ੍ਹਿਓ, ਡਿਕਸ਼ਨਰੀ ਪੜ੍ਹਿਓ। ਲਾਹੇ ਦਾ ਮਤਲਬ ਹੈ ਪ੍ਰੋਫਿਟ, ਲਾਹੇ ਦਾ ਮਤਲਬ ਹੈ ਲਾਭ। ਲਾਹਾ ਸ਼ਬਦ ਗੁਰਬਾਣੀ 'ਚ ਵੀ ਸੈਂਕੜੇ ਵਾਰ ਆਇਆ ਹੈ। ਸਾਡੀ ਜ਼ਿੰਦਗੀ ਦੇ ਵਿੱਚ ਇਹ ਸ਼ਬਦ ਬਹੁਤ ਮਾਇਨਾ ਰੱਖਦਾ। ਲਾਹਾ, ਮੈਂ ਤਾਂ ਬੇਨਤੀ ਕਰ ਰਿਹਾ, ਇੱਥੇ ਮਾੜੀ ਜੀ ਸੇਲ ਲੱਗੀ ਹੋਵੇ ਕਿਤੇ, ਆਪਾਂ ਕਹਿੰਦੇ ਲੈ ਲਓ ਲਾਹਾ, 200 ਰੁਪਏ ਵਾਲੀ ਚੀਜ਼ 150 'ਚ ਮਿਲਦੀ ਹੈ, ਲਾਹਾ ਲੈਂਦੇ ਆ ਨਾ। ਕਿਤੇ ਆਪਾਂ ਕੰਮ ਕਰਦੇ ਹਾਂ, ਡਿਊਟੀ ਕਰਦੇ ਹਾਂ, ਆਪਾਂ ਕਹਿੰਦੇ ਮਸਾਂ ਮੌਕਾ ਲੱਗਿਆ, ਇਹ ਮਸਾਂ ਚਾਂਸ ਮਿਲਿਆ, ਆਪਾਂ ਲਾਹਾ ਲਾਓ ਇਹਦਾ। ਤੇ ਭਾਵ ਇਹ ਸਮਾਂ ਜਿਹੜਾ ਮਿਲਿਆ ਇਹ ਸਦੀਵੀ ਨਹੀਂ ਬਣਿਆ ਰਹਿਣਾ, ਇਹਦਾ ਪੂਰਾ ਲਾਭ ਉਠਾਈਏ, ਇਹਦਾ ਪੂਰਾ ਫਾਇਦਾ ਉਠਾਈਏ। ਤੇ ਮੈਂ ਇੱਕ ਬੇਨਤੀ ਥੋੜ੍ਹੀ ਜਿਹੀ ਹੋਰ ਕਰਦੇ ਹਾਂ, ਤੁਸੀਂ ਹਿੰਦੁਸਤਾਨ ਦਾ ਇਤਿਹਾਸ ਪੜ੍ਹੋ। ਹਿੰਦੁਸਤਾਨ ਦੇ ਉੱਪਰ ਤਮਾਮ ਹਮਲੇ ਹੋਏ, ਇੱਥੋਂ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ। ਇਹ ਹਿੰਦੁਸਤਾਨ ਦੀ ਵਿਡੰਬਣਾ ਹੈ। ਇੱਥੋਂ ਦੇ ਲੋਕ ਉਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ। ਮੈਂ ਸੰਖੇਪ 'ਚ ਬੇਨਤੀ ਕਰ ਰਿਹਾ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਕਿੰਨੇ ਹਮਲੇ ਕੀਤੇ। ਕਦੇ ਦੁਰਾਨੀ ਆ ਗਿਆ, ਕਦੇ ਅਬਦਾਲੀ ਆ ਗਿਆ, ਕਦੇ ਉਸ ਤੋਂ ਪਹਿਲਾਂ ਬਾਬਰ ਆ ਗਿਆ, ਕਦੇ ਕੋਈ ਆ ਗਿਆ। ਐਸਾ ਸਮਾਂ ਬਣ ਗਿਆ ਇੱਥੋਂ ਦੇ ਲੋਕਾਂ ਦਾ ਜਿਉਣ ਦਾ ਤਰੀਕਾ। ਉਹ ਆਉਂਦੇ ਸੀ, ਇੱਥੋਂ ਦੇ ਲੋਕਾਂ ਨੂੰ ਲੁੱਟਦੇ, ਕੁੱਟਦੇ, ਮਾਰਦੇ, ਔਰਤਾਂ ਦੀ ਬੇਪਤੀ ਕਰਦੇ ਤੇ ਮਣਾ ਮੂੰਹੀ ਧਨ ਲੁੱਟ ਕੇ ਲੈ ਜਾਂਦੇ। ਆਪਾਂ ਪੜ੍ਹਦੇ ਹਾਂ ਨਾ ਵੀ ਇਹ ਹਿੰਦੁਸਤਾਨ ਸੋਨੇ ਦੀ ਚਿੜੀ ਸੀ, ਵੀ ਲੁੱਟ ਕੇ ਲੈ ਜਾਂਦੇ ਸਨ। ਇੱਕ ਪੰਜਾਬੀ ਦੀ ਕਹਾਵਤ ਬਣ ਗਈ, ਇੱਕ ਪੰਜਾਬੀ ਦੀ ਅਖਾਣ ਹੈ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਉਹ ਕਿਉਂ ਹੋ ਗਿਆ ਸੀ? ਬਈ ਆਪਾਂ ਧਨ ਜੋੜੀ ਜਾਂਦੇ ਹਾਂ, ਪੈਸੇ ਜੋੜੀ ਜਾਂਦੇ ਹਾਂ, ਆਪਾਂ ਆਪਣੀ ਜ਼ਿੰਦਗੀ ਨੂੰ ਚੰਗੀ ਤਰੀਕੇ ਦੇ ਨਾਲ ਜਿਉਂਦੇ ਵੀ ਨਹੀਂ ਹੈਗੇ, ਆਪਾਂ ਜੋੜ ਕੇ ਰੱਖਦੇ ਹਾਂ। ਤੇ ਇੰਨੇ ਨੂੰ ਕੀ ਹੁੰਦਾ, ਹਮਲਾਵਰ ਆਉਂਦਾ ਅਹਿਮਦ ਸ਼ਾਹ ਅਬਦਾਲੀ ਤੇ ਸਾਡਾ ਸਾਰਾ ਕੁਝ ਲੁੱਟ ਕੇ ਲੈ ਜਾਂਦਾ। ਛੱਡਦਾ ਹੀ ਕੁਝ ਨਹੀਂ ਸੀ, ਗੱਡੇ ਭਰ ਕੇ ਲੈ ਜਾਂਦਾ ਸੀ ਉਹ, ਤੇ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਸੀ। ਇੱਥੋਂ ਦੇ ਲੋਕਾਂ ਦੇ ਵਿੱਚ ਉਸ ਤਰ੍ਹਾਂ ਦੀ ਅਣਖ, ਗੈਰਤ, ਮੈਨੂੰ ਖਿਮਾ ਕਰਿਓ, ਨਹੀਂ ਸੀ। ਮਰ ਚੁੱਕੀ ਸੀ। ਤਾਂ ਗੁਰੂ ਸਾਹਿਬ ਦੀ ਕਲਾ ਵਾਪਰੀ ਹੈ, ਇਹ ਤਾਂ ਮਹਾਰਾਜ ਨੇ ਖੇਡਾਂ ਵਰਤਾਈਆਂ ਨੇ, ਇੱਥੋਂ ਦੇ ਲੋਕਾਂ ਦੀਆਂ ਜ਼ਮੀਰਾਂ ਜਗਾਈਆਂ, ਇੱਥੋਂ ਲੋਕਾਂ ਦੀ ਅਣਖ ਨੂੰ ਜਗਾਇਆ, ਤਾਂ ਜਾ ਕੇ ਕਿਤੇ ਉਹ ਹਮਲਾਵਰਾਂ ਦੇ ਹਮਲੇ ਬੰਦ ਹੋਏ। ਮੈਂ ਸਿਰਫ ਇਤਨੀ ਕੁ ਬੇਨਤੀ ਕਰ ਰਿਹਾ ਸੀ, ਇੱਥੋਂ ਦੇ ਲੋਕਾਂ ਨੇ ਕੀ ਸੋਚਿਆ ਵੀ ਆਪਾਂ ਮੁਕਾਬਲਾ ਤਾਂ ਉਹਨਾਂ ਹਮਲਾਵਰਾਂ ਦਾ ਕਰ ਨਹੀਂ ਸਕਦੇ, ਟਾਕਰਾ ਤਾਂ ਉਹਨਾਂ ਨੂੰ ਦੇ ਨਹੀਂ ਸਕਦੇ। ਉਹ ਆਉਂਦੇ ਨੇ, ਲੁੱਟਦੇ ਕੁੱਟਦੇ, ਬਰਬਾਦ ਕਰਕੇ, ਇਸਤਰੀਆਂ ਔਰਤਾਂ ਦੀ ਬੇਪਤੀ ਕਰਕੇ ਉਹ ਤੁਰਦੇ ਬਣਦੇ ਨੇ। ਆਪਾਂ ਤੇ ਜਿਹੜਾ ਖਾ ਲਾਂਗੇ, ਜਿਹੜਾ ਪੀ ਲਾਂਗੇ, ਬਸ ਇਹੀ ਲਾਹੇ ਦਾ, ਬਾਕੀ ਤੇ ਸਾਰਾ ਕੁਝ ਉਹਨੇ ਲੈ ਜਾਣਾ। ਮੈਂ ਤਾਂ ਥੋੜ੍ਹੀ ਜਿਹੀ ਬੇਨਤੀ ਕਰ ਰਿਹਾ, ਲਾਹਾ ਸ਼ਬਦ ਇਤਿਹਾਸ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ। ਲਾਹਾ ਸ਼ਬਦ ਅਸੀਂ ਆਮ ਕਹਿੰਦੇ ਹਾਂ ਵੀ ਇੱਥੇ ਲਾਹਾ ਲੈਣਾ ਚਾਹੀਦਾ, ਪਰ ਗੁਰੂ ਮਹਾਰਾਜ ਕਿਸ ਐਂਗਲ ਤੋਂ ਗੱਲ ਕਰ ਰਹੇ ਨੇ? ਇੱਥੇ ਦ੍ਰਿਸ਼ਟੀਕੋਣ ਬਿਲਕੁਲ ਵੱਖਰਾ। ਇੱਥੇ ਇਸ਼ਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਬਾਰੇ ਕੀਤਾ ਸਤਿਗੁਰੂ ਸਾਹਿਬ ਨੇ। ਤੇ ਮੈਂ ਬੇਨਤੀ ਕੀਤੀ ਸ਼ੁਰੂਆਤ ਵਿੱਚ ਵੀ ਪ੍ਰਾਣੀ ਤੂੰ ਆਇਆ ਲਾਹਾ ਲੈਣ। ਇੱਥੇ ਲਾਹਾ ਧਨ ਦਾ ਨਹੀਂ ਹੈ। ਆਪਾਂ ਕਿੰਨਾ ਕੁ ਧਨ ਇਕੱਠਾ ਕਰ ਲਾਂਗੇ, ਕਿੰਨੀ ਕੁ ਮਾਇਆ ਇਕੱਠੀ ਕਰ ਲਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਤੇ ਕਹਿੰਦੇ ਕੌਡੀ ਕੌਡੀ ਜੋਰ ਕੈ ਜੋਰਾ ਲੱਖ ਕਰੋੜ, ਚਲਤੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋਰ। ਫਿਰ ਲਾਹਾ ਕਾਹਦਾ? ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ ਵੀ ਆਹ ਮੂਰਖ ਮਨੁੱਖ ਇਸ ਗੱਲ ਨੂੰ ਸਮਝ ਹੀ ਨਹੀਂ ਸਕਿਆ, ਸੱਚਾ ਧਨ ਇਕੱਠਾ ਹੀ ਨਹੀਂ ਕੀਤਾ ਇਹਨੇ, ਨਾਮ ਰੂਪੀ ਧਨ ਇਕੱਠਾ ਹੀ ਨਹੀਂ ਕੀਤਾ, ਕੱਚੇ ਧਨ ਨੂੰ ਵਿਹਾਲਦਾ ਰਿਹਾ, ਇਕੱਠਾ ਕਰਦਾ ਰਿਹਾ, ਤੇ ਕਾਚਾ ਧਨ ਸੰਚੈ ਮੂਰਖ ਗਵਾਰੋ ਨਾਲ ਗਈ ਨਹੀਂ। ਫਿਰ ਲਾਹਾ ਕਿਹੜੀ ਚੀਜ਼ ਦਾ ਲੈਣਾ ਹੈ? ਕਿਉਂਕਿ ਅੱਜ ਦਾ ਸ਼ਬਦ ਔਰ ਸ਼ਬਦ ਦੀ ਰਹਾਉ ਦੀਆਂ ਪੰਕਤੀਆਂ ਬਹੁਤ ਧਿਆਨ ਮੰਗਦੀਆਂ ਨੇ। ਮੈਂ ਬਹੁਤ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਵੀ ਸਾਡਾ ਜੀਵਨ ਬਹੁਤ ਕੀਮਤੀ ਹੈ, ਇਹ ਹੀਰਿਆਂ ਜੈਸਾ ਹੈ, ਇਹਨੂੰ ਰਤਨਾਂ ਜੈਸਾ ਮਹਾਰਾਜ ਨੇ ਆਖਿਆ। ਇਹ ਜਿਹੜਾ ਸਮਾਂ ਮਿਲਿਆ ਗੋਲਡਨ ਚਾਂਸ ਹੈ, ਇਹ ਬੜੀ ਦੇਰ ਬਾਅਦ ਮਿਲਿਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਜੇ ਇੱਥੋਂ ਤੱਕ ਆਏ ਆ ਤੇ ਇੱਥੇ ਅਵਿਆਰ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ। ਤੇ ਬਾਣੀ ਸਾਨੂੰ ਸਾਵਧਾਨ ਕਰਦੀ ਹੈ, ਬਾਣੀ ਸਾਨੂੰ ਅਲਰਟ ਕਰਦੀ ਹੈ ਬਈ ਇੱਥੇ ਆਇਓ ਤੇ ਜਿਹੜਾ ਸਮਾਂ ਮਿਲਿਆ, ਸਵਾਸ ਮਿਲੇ ਨੇ, ਜ਼ਿੰਦਗੀ ਮਿਲੀ ਹੈ, ਜੀਵਨ ਮਿਲਿਆ, ਇਹਦਾ ਲਾਹਾ ਲੈ ਲਓ। ਲਾਹਾ ਕਿਹੜਾ ਲੈਣਾ?
ਸਾਸ ਸਾਸ ਸਿਮਰੋ गोबिंद। आ सुनियो गुरु की संगत, महाराज की कह रहे ने, मेरे मन हे मेरे मन लै लाहा कर चल, लै लाहा कर जाहे। लै लाहा, लाहा लैके किहड़े घर विच जाना? की अपना सदीवी घर है ये जिथे आपां बैठे हाँ? ये परमानेंट ठिकाने ने? बिल्कुल नहीं है। इत्थे ते महाराज कहंदे तुसीं आए हो ते इत्थों चले जाना, जिहड़ा आया जो आया सो चल सी, लैके भी की जावांगे, कुछ भी नहीं। महाराज 10वें पातशाह तुसीं बाणी पढ़दे हो, माते मतंग जरे जर संग अनूप उतंग सुरंग सवारे, कोट तुरंग कुरंग से कूदत पौन के गौन को जात निवारे, भारी भुजान के भूप भली विद न्यावत शीस न जात विचारे, एते पए तो कहाँ पै भूपत अंत को नांगे ही पाए पधारे। सतगुरु कहन लगे तो लै की जाओगे? जाना कित्थे है? अपने निज घर दे विच, क्योंकि साडा असली घर नहीं है, ये साडा पक्का ठिकाना नहीं है। इस करके महाराज कहंदे लाहा लो, लाहा लैण दा वक्त है। ताही तां बाबा जी ने बाणी च आखिया सी भी जिन्ना मिलदा लो, आ तुसीं भागां वाले हो, सारे लाहे प्राप्त कर रहे हो। रुझेवियां भरी जिंदगी चों समा कढ के, इन्नी बिजी लाइफ है, उहदे विचों समा कढ के तुसीं आंदे हो, ये लाहे प्राप्त कर रहे हो। तुसीं बेअंत संगतां देशां विदेशां च बैठियां इत्थों लाइव टैलीकास्ट दे लाहे प्राप्त कर रही ने। यही लाहा बस नाम दा लाहा, बंदगी दा लाहा, कीर्तन दा लाहा ते सेवा दा लाहा। रोज़ भाई साहब जी अनाउंस करते हैं भी गुरु साहब के गुरपुरब चल रहे हैं, सेवा करके लाहे प्राप्त करो। तन मन धन दे नाल सेवा करके लाहे प्राप्त करो। लाहा खट्टन आए आपां, इहां खाट चलो हो, हर लाहा आगे बसन सुहेला। महाराज अगली पंक्ति दे विच कहन लगे, गुरमुख नाम सलाहिया हमै निबरी पाहे। गुरमुख गुरु दे अनुसार, गुरु दी शरण विच आके गुरु दे अकॉर्डिंग नाम जपना, परमात्मा की सिफतला करनी है। जिहड़ी अंदर तृष्णा की अग है, हौमे की अग है, उन्हों खत्म करना। सचमुच जिहड़ा गुरमुख नाम सलाही है ना, गुरु ने बाणी दे विच नाम जपण दा ढंग तरीका इशारे कीते ने। एक गुरु तो पासे जाके है, कोई कहंदा भी किसी मूर्ति का ध्यान धर लो, अपनी सुरती उत्थे टिका लो, पैरां भार बैठो, कन्न बंद कर लो, नक बंद कर लो, उन्हां दी अपनी एक विधि है। धन गुरु ग्रंथ साहिब महाराज सच्चे पातशाह जी नूं पुछो, महाराज नाम जपण दा तरीका की है? हाथ पांव कर काम सब चीत निरंजन नाल। इत्थे किरत करो, नाम जपो ते वंड छकना है जिहड़ा है। ते इत्थे नाम जपना कोई वो नहीं भी परिवार छड्ड दो, संसार छड्ड दो, बच्चे छड्ड दो, पेरेंट्स छड्ड दो, उन्होंने लोगों के तरस के आधार पर छड्ड के आप किसी पहाड़ की टीसी ते जा बैठो भी मैं तो नाम जपदा, जिवें सिद्ध कहते सन। बिल्कुल परवाह नहीं किया, जिवें जोगी कहते सन। महाराज ने लाणतां पाईआं उन्होंने। इस करके नाम जपना किवें है? गुरमुख नाम सलाही है हौ मैं निबरी पाहे। एक बेनती होर, दो शब्द आए ने नाम दा ते हौमे दा इक्को ही पंक्ति दे अंदर। दोवें आपा विरोधी ने, ओपोजिट ने, इन्हां च कोई सांझ नहीं है। ताही तां महाराज ने आख्या सी हौमै नावै नाल विरोध है, दोए ना वसै एक ठाए। ये दोवें चीज़ां एक थां ते नहीं रखियां जा सकदियां। हौमे होर चीज़ है, नाम होर चीज़ है। पर असीं तां ना इस तरह जोर ला के दोनों चीज़ों इकट्ठियां करने का यत्न कर रहे हैं भी मैं नामी भी बहुत है, हौमे भी प्रगट हो रही है अंदरों, हौमे भी बोल रही है, तो नाम जपण का रौला भी पाया जा रहा है। जदों कि नामी पुरुष ईगो नहीं करता, नामी पुरुष के अंदर मासा पर भी हौमे नहीं हुंदी। वो तो यह भी नहीं कहता भी मैं इन्ना पाठ करदा, इन्नी मेरी साधना। वो कहता गुरु करवा रहे ने, गुरु मैनू अमृत वेले जगा देंदे ने, गुरु मेरे तो इन्नी सेवा लेंदे ने, गुरु मेरे सिर ते हथ रख के आ सेवावां लै रहे ने। एक हौमे वाला बंदा कहता मैं कीती है, मैं कीती है, उहदे अंदर मैं है। बस नाम दा ते हौमे दा विरोध है। तां ही नाम जपिया जाएगा जे हौमे नू खत्म करांगे। जे हौमे नू खत्म करांगे तां नाम
ਇੱਕੋ ਹੀ ਚੀਜ਼ ਟਿਕੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਇਹ ਬਚਨ ਕਰ ਰਹੇ ਨੇ ਵੀ ਹਉਮੈ ਨੂੰ ਛੱਡੋ, ਨਾਮ ਨਾਲ ਜੁੜੋ। ਇਹੀ ਲਾਹਾ ਲੈਣ ਵਾਲਾ ਜਿਹੜਾ ਸੀ ਇੱਕ ਤਰੀਕਾ ਹੈ, ਇਹੀ ਸੱਚਾ ਲਾਹਾ, ਇਹੀ ਅਸਲੀ ਲਾਹਾ। ਬਾਕੀ ਦੇ ਲਾਹੇ ਜਿਨ੍ਹਾਂ ਨੇ ਲਏ ਸੀ ਵੀ ਚਲੋ ਆਪਣੀਆਂ ਮੈਂਬਰੀਆਂ ਸੈਂਬਰੀਆਂ ਮਿਲ ਗਈਆਂ, ਆਪਣਾ ਸਰਕਾਰੇ ਦਰਬਾਰੇ ਹੱਥ ਪੈ ਗਿਆ, ਆਪਾਂ ਨੂੰ ਬੰਦੇ ਵੱਡੇ ਮਿਲ ਗਏ, ਲੈ ਲਓ ਲਾਹਾ, ਉਹ ਇੱਥੇ ਹੀ ਰਹਿ ਗਏ ਲਾਹੇ। ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਚਰਨ ਫੜੇ ਨਾ, ਗੁਰੂ ਦੀ ਬਾਣੀ ਦਾ ਉਟ ਆਸਰਾ ਲਿਆ, ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਇਆ, ਉਹ ਲਾਹਾ ਲੈ ਕੇ ਗਏ ਨੇ। ਤਾਂ ਹੀ ਆਪਾਂ ਪੜ੍ਹਦੇ ਆ ਨਾ, ਗੁਰਮੁਖ ਲਾਹਾ ਲੈ ਗਏ, ਮਨ ਮੁਖ ਚੱਲੈ ਮੂਲ ਗਵਾਏ ਜੀਓ। ਮਹਾਰਾਜ ਬਾਣੀ 'ਚ ਕਹਿੰਦੇ ਆਉਂਦੇ ਤਾਂ ਇੱਦਾਂ ਹੀ ਨੇ ਸਾਰੇ, ਭੇਦ ਦਾ ਤੇ ਇੱਦਾਂ ਹੀ ਹੈ ਨਾ। ਸਾਰਿਆਂ ਦਾ ਇੱਕੋ ਜੈਸਾ ਸਰੀਰ ਹੈ, ਇੱਕੋ ਜੈਸਾ ਸਮਾਂ, ਪਰ ਇੱਕ ਗੁਰਮੁਖ ਗੁਰੂ ਨਾਲ ਜੁੜ ਗਿਆ, ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਕੋਲੇ ਬੈਠਦਾ ਹੈ, ਗੁਰੂ ਤੋਂ ਸਿੱਖਦਾ ਹੈ, ਪੁੱਛਦਾ ਹੈ, ਗੁਰੂ ਦੇ ਅਕੋਰਡਿੰਗ ਨਾਮ ਜਪਦਾ, ਆਪਣੇ ਜੀਵਨ ਨੂੰ ਜਿਉਂਦਾ, ਉਹ ਆਪਣੇ ਜੀਵਨ ਨੂੰ ਸਵਾਰ ਕੇ ਚਲਾ ਜਾਂਦਾ ਹੈ। ਇੱਕ ਮਨਮੁਖ ਹੈ ਜਿਹੜਾ ਗੁਰੂ ਵੱਲ ਮੁਖ ਕਰਦਾ ਹੀ ਨਹੀਂ ਹੈ। ਇਸ ਕਰਕੇ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਗੁਰਮੁਖ ਲਾਹਾ ਲੈ ਗਏ। ਆ ਤੁਸੀਂ ਸਾਰੇ ਗੁਰਮੁਖੋ ਲਾਹਾ ਪ੍ਰਾਪਤ ਕਰ ਰਹੇ ਹੋ। ਇਹ ਲਾਹਾ ਹੀ ਆ ਜਿਹੜੀਆਂ ਜੀਵਨ ਦੀਆਂ ਘੜੀਆਂ ਨੂੰ ਤੁਸੀਂ ਸਫਲਾ ਬਣਾ ਰਹੇ ਹੋ। ਇਹੀ ਤੇ ਮਹਾਰਾਜ ਨੇ ਆਖਿਆ ਸੀ, ਕਬੀਰ ਇੱਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ। ਮਹਾਰਾਜ ਕਹਿੰਦੇ ਇੱਕ ਘੜੀ ਕੱਢੋ, ਅੱਧੀ ਕੱਢ ਲਓ, ਅੱਧੀ ਚੋਂ ਅੱਧੀ ਕੱਢ ਲਓ। ਤੇ ਜਿਨ੍ਹਾਂ ਦੀ ਇਹ ਗੱਲ ਸਮਝ ਆ ਗਈ ਉਹਨਾਂ ਨੇ ਲਾਹਾ ਪ੍ਰਾਪਤ ਕੀਤਾ। ਗੁਰੂ ਮਹਾਰਾਜ ਰਹਾਉ ਦੀਆਂ ਪੰਕਤੀਆਂ 'ਚ ਬਚਨ ਕਰ ਰਹੇ ਨੇ, ਇਹਨਾਂ ਨੂੰ ਆਪਾਂ ਆਧਾਰ ਬਣਾ ਕੇ ਆਓ ਬਾਕੀ ਦੇ ਸ਼ਬਦ ਦੇ ਦਰਸ਼ਨ ਕਰਦੇ ਹਾਂ। ਗਰੀਬ ਨਵਾਜ਼ ਕੀ ਕਿਰਪਾ ਕਰ ਰਹੇ ਨੇ। ਸ਼ੁਰੂਆਤੀ ਪੰਕਤੀਆਂ ਸ਼ਬਦ ਦੀਆਂ ਕਹਿਣ ਲੱਗੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਆ ਜਿਹੜਾ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ ਨਾ, ਗੁਰੂ ਕੀ ਸੰਗਤ, ਇਹ ਬਹੁਤ ਧਿਆਨ ਮੰਗਦੀਆਂ ਨੇ। ਕਿਉਂ? ਇੱਥੇ ਕੀ ਹੈ, ਆਪਣੇ ਮਨ ਨੂੰ ਕਿਹਾ ਜਾ ਰਿਹਾ ਹੈ, ਮੇਰੇ ਮਨ ਰੂਪੀ ਮਿੱਤਰ। ਲੋਕਾਂ ਨੂੰ ਤਾਂ ਅਸੀਂ ਬਹੁਤ ਕਹਿੰਦੇ ਹਾਂ, ਭਾਈ ਲਾਹਾ ਲੈ ਲਓ, ਕੱਢੋ ਦਸਵੰਧ, ਲਾਹਾ ਲੈ ਲਓ, ਕਰੋ ਸੇਵਾ, ਲਾਹਾ ਲੈ। ਮਨਾ ਤੂੰ ਕਦੋਂ ਲਾਹਾ ਲਏਂਗਾ? ਤੈਨੂੰ ਲਾਹਾ ਲੈਣ ਦੀ ਲੋੜ ਨਹੀਂ ਹੈ, ਤੈਨੂੰ ਜ਼ਰੂਰਤ ਨਹੀਂ ਹੈ, ਸਿਰਫ ਲੋਕਾਂ ਨੂੰ ਇਹ ਕਹੀ ਜਾ ਰਿਹਾ। ਇਸ ਕਰਕੇ ਸੁਣ ਮਨ ਮਿੱਤਰ ਪਿਆਰਿਆ, ਹੇ ਮੇਰੇ ਮਨ ਰੂਪੀ ਪਿਆਰਿਆ ਮਿੱਤਰਾ, ਸੁਣ ਇਹ ਗੱਲ। ਲੋਕਾਂ ਨੂੰ ਇਹਨਾਂ ਸੁਣਾਉਂਦਾ ਰਹਿ ਜੀ, ਲੋਕਾਂ ਨੂੰ ਇਹਨਾਂ ਕਹੀ ਜਾਈ ਲਾਹਾ ਲੈ ਲਓ, ਤੂੰ ਵੀ ਲਾਹਾ ਲੈ, ਤੇਰਾ ਵੀ ਸਮਾਂ ਲੰਘਦਾ ਜਾ ਰਿਹਾ ਹੈ, ਤੇਰਾ ਵੀ ਵਕਤ ਗੁਜ਼ਰਦਾ ਜਾ ਰਿਹਾ ਹੈ। ਕਹਿੰਦੇ ਮਿਲ ਵੇਲਾ ਹੈ ਇਹ, ਇਹੀ ਵੇਲਾ ਹੈ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਹਰ। ਮਹਾਰਾਜ ਬਾਣੀ 'ਚ ਕਹਿੰਦੇ ਆਹੀ ਅਵਸਰ ਹੈ, ਇਹੀ ਤੇਰੀ ਵਾਰੀ ਹੈ, ਇਹੀ ਮੌਕਾ ਹੈ। ਇਹ ਮੌਕਾ ਮੁੜ ਕੇ ਨਹੀਂ ਮਿਲਣਾ, ਇਹ ਮਸਾਂ ਮਿਲਿਆ। ਕਿੰਨੀ ਦੇਰ ਬਾਅਦ ਮਿਲਿਆ? ਚਿਰੰਕਾਲ ਮਿਲਦੇ ਹੈ ਸੰਜਰੀਆ। ਮਹਾਰਾਜ ਦੇ ਬਚਨ ਪੜ੍ਹਨ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਬੜੀ ਦੇਰ ਬਾਅਦ ਵਕਤ ਮਿਲਿਆ। ਕਹਿੰਦੇ ਮਿਲ ਵੇਲਾ ਹੈ ਇਹ, ਇਹੀ ਵੇਲਾ ਹੈਗਾ, ਹੋਰ ਕੋਈ ਵੇਲਾ ਨਹੀਂ ਹੈ। ਵੇਲਾ ਤੋਂ ਭਾਵ ਕੀ ਹੈ? ਜੀਵਨ ਰੂਪੀ ਵੇਲਾ। ਆ ਸਰੀਰ ਮਿਲਿਆ, ਜੀਵਨ ਮਿਲਿਆ, ਇਹੀ ਵੇਲਾ, ਹੋਰ ਕੋਈ ਵੇਲਾ ਨਹੀਂ ਹੈ। ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹ ਤਨ ਦੇਹ। ਮਹਾਰਾਜ ਕਹਿੰਦੇ ਆ ਜਿਹੜੀ ਦੇਹ ਹੈ ਨਾ, ਇਹ ਕਿੰਨਾ ਕੁ ਚਿਰ ਹੈ? ਜਦੋਂ ਤੱਕ ਤੇ ਸਵਾਸ ਚੱਲਦੇ ਨੇ ਉਦੋਂ ਤੱਕ ਹੀ ਹੈ। ਇੱਕ ਥਾਂ ਤੇ ਭਗਤ ਕਬੀਰ ਸਾਹਿਬ ਜੀ ਨੇ ਨਾ ਬੜਾ ਪਿਆਰਾ ਵਚਨ ਕੀਤਾ। ਉਹ ਕਹਿੰਦੇ ਜਿਹੜਾ ਸਰੀਰ ਹੈ ਇਹ ਇੱਕ ਦੀਵੇ ਦੀ ਨਿਆਈ ਹੈ। ਜਿਵੇਂ ਦੀਵੇ ਦੇ ਵਿੱਚ ਤੇਲ ਹੋਵੇ, ਬੱਤੀ ਹੋਵੇ, ਤੇ ਉਹ ਬੱਤੀ ਤੇਲ ਦੀ ਬਦੌਲਤ ਜਗਦੀ ਹੈ ਤੇ ਸਾਰੇ ਪਾਸੇ ਚਾਨਣਾ ਕਰਦੀ ਹੈ, ਲਾਈਟ ਕਰਦੀ ਹੈ। ਸਾਡਾ ਸਰੀਰ ਇੱਕ ਦੀਵੇ ਦੀ ਨਿਆਈ ਹੈ, ਇਹਦੇ ਵਿੱਚ ਸਵਾਸਾਂ ਰੂਪੀ ਤੇਲ ਹੈ। ਬੜਾ ਪਿਆਰਾ ਵਚਨ ਹੈ ਭਗਤ ਕਬੀਰ ਜੀ ਦਾ। ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬੌਰੇ ਤੋਹੇ ਕਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ ਰਹਾਓ। ਬੌਰਿਆ ਨਾਮ ਜਪ, ਰੇ ਬੌਰੇ ਤੈਨੂੰ ਕਿਸੇ ਨੇ ਘੜੀ ਪਲ ਵੀ ਘਰੇ ਨਹੀਂ ਰੱਖਣਾ, ਤੂੰ ਰਾਮ ਨਾਮ ਜਪ ਸੋਈ। ਤੇਰਾ ਸਵਾਸਾਂ ਰੂਪੀ ਤੇਲ ਮੁੱਕਦਾ ਜਾ ਰਿਹਾ ਹੈ। ਵੇਲਾ ਤੇਰੇ ਕੋਲ ਇਹ। ਜਬ ਲੱਗ ਜੋਬਨ ਸਾਸ ਹੈ, ਜਦੋਂ ਤੱਕ ਜਵਾਨੀ ਹੈ, ਕੁਝ ਕਰਨ ਦੀ ਤਾਕਤ ਹੈ, ਇਸ ਜੀਵਨ 'ਚ ਸਵਾਸ ਚੱਲਦੇ ਨੇ। ਤਬ ਲੱਗ ਤਦੋਂ ਤੱਕ ਇਹ ਦੇਹ ਹੈ, ਜਦੋਂ ਸਵਾਸਾਂ ਦੀ ਲੜੀ ਟੁੱਟ ਗਈ, ਖੇਡ ਖਤਮ, ਸਰੀਰ ਖਤਮ। ਲੋਕਾਂ ਕਹਿ ਦੇਣਾ ਵੀ ਇਹ ਤਾਂ ਡੈਡ ਹੈ, ਬਸ ਇਹ ਤਾਂ ਮ੍ਰਿਤਕ ਹੈ। ਮਹਾਰਾਜ ਕਹਿੰਦੇ ਸਵਾਸਾਂ ਦੀ ਲੜੀ ਚੱਲ ਰਹੀ ਹੈ ਤੇ ਜੀਵਨ ਹੈ।
ਤੇ ਜੀਵਨ ਤਾਂ ਹੀ ਚੱਲ ਰਿਹਾ ਜੇ ਸਵਾਸ ਨੇ ਆ ਰਹੇ ਨੇ ਜਾ ਰਹੇ ਨੇ। ਜਿੱਦਣੇ ਅੰਦਰ ਗਿਆ ਸਵਾਸ ਨਾ ਆਇਆ ਗੱਲ ਖਤਮ, ਜਿੱਦਣੇ ਬਾਹਰਲਾ ਸਵਾਸ ਅੰਦਰ ਨਾ ਗਿਆ ਗੱਲ ਖਤਮ। ਜੀਵਨ ਦੀ ਲੜੀ ਸਵਾਸਾਂ ਦੀ ਲੜੀ ਦੀ ਬਦੌਲਤ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸਵਾਸ ਸਵਾਸ ਉਹਨੂੰ ਸਿਮਰਿਆ ਕਰ, ਤੇਰਾ ਇੱਕ ਵੀ ਸਵਾਸ ਵਿਅਰਥ ਨਹੀਂ ਜਾਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕੀ ਕਹਿ ਰਹੇ ਨੇ, ਬਿਨ ਗੁਣ ਕਾਮ ਨ ਆਵਈ ਟਹ ਟੇਰੀ ਤਨ ਖੇਹ। ਜੇ ਤੂੰ ਜੀਵਨ 'ਚ ਗੁਣ ਨਾ ਕਮਾਏ, ਜੇ ਤੂੰ ਜੀਵਨ ਦੇ ਵਿੱਚ ਕੋਈ ਗੁਣ ਇਕੱਠੇ ਨਾ ਕੀਤੇ, ਤੇ ਮਹਾਰਾਜ ਕਹਿੰਦੇ ਕਿਸੇ ਲੇਖੇ 'ਚ ਨਹੀਂ ਪਾਏਗਾ ਤੇਰਾ ਜੀਵਨ। ਆ ਸਮਾਂ ਵੀ ਕਿਸੇ ਲੇਖੇ 'ਚ ਨਹੀਂ ਪਾਏਗਾ। ਟਹ ਢੇਰੀ ਤਨ ਖੇਹ, ਆ ਜਿਹੜਾ ਤਨ ਇਹਨੇ ਖੇਹ ਹੋ ਜਾਣਾ, ਇਹ ਜਿਹੜਾ ਸਰੀਰ ਇਹਨੇ ਢਹਿ ਢੇਰੀ ਹੋ ਜਾਣਾ, ਮਿੱਟੀ ਹੋ ਜਾਣਾ। ਇਸ ਕਰਕੇ ਸਰੀਰ ਦਾ ਫਾਇਦਾ ਉਠਾ। ਦੇਖੋ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ, ਸ਼ਹੀਦ ਨੇ ਕੌਮ ਦੇ, ਸਰੀਰ ਤਾਂ ਉਹਨਾਂ ਕੋਲੇ ਵੀ ਇਹ ਸੀ। ਜਿੰਨੀਆਂ ਨਾਮ ਰਤੀਆਂ ਰੂਹਾਂ ਸੀ ਉਹਨਾਂ ਕੋਲੇ ਵੀ ਸਰੀਰ ਇਹੀ ਸੀ, ਪਰ ਉਹਨਾਂ ਨੇ ਆਪਣੇ ਸਰੀਰ ਦਾ ਪੂਰਾ ਪੂਰਾ ਫਾਇਦਾ ਉਠਾਇਆ। ਇੱਕ ਉਹ ਨੇ ਜਿਹੜੇ ਸਰੀਰ ਨੂੰ ਵਿਅਰਥ ਗਵਾ ਦਿੰਦੇ ਨੇ, ਨਾ ਬਚਪਨ ਨਾ ਜਵਾਨੀ ਨਾ ਬੁਢੇਪਾ। ਇਸੇ ਕਰਕੇ ਮਹਾਰਾਜ ਕਹਿੰਦੇ ਸੀ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤੇ ਜਦ ਬਚਪਨ ਜਵਾਨੀ ਬੁਢੇਪਾ ਕਿਤੇ ਆਈ ਨਾ ਲੰਘ ਜਾਏ, ਵੇਲਾ ਹੈ ਇਹ ਵਕਤ ਹੈ ਇੱਕ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਗਲੀਆਂ ਪੰਕਤੀਆਂ ਰਹਾਉਦੀਆਂ, ਇਹ ਆਪਾਂ ਵਿਚਾਰੀਆਂ ਨੇ। ਅਗਲੇ ਬੰਦ ਵਿੱਚ ਕਹਿਣ ਲੱਗੇ, ਸੁਣ ਸੁਣ ਗੰਢਨ ਗੰਢੀਐ ਲਿਖ ਪੜ ਬੁਝੈ ਭਾਰ, ਤ੍ਰਿਸ਼ਨਾ ਅਹਨਸ ਅਗਲੀ ਹਉਮੈ ਰੋਗ ਵਿਕਾਰ ਲਾਹ ਲੈ। ਪਰ ਅਫਸੋਸ ਮਨੁੱਖ ਇਸ ਕਰਕੇ ਪੜ੍ਹਦਾ ਵੀ ਇਹਨੂੰ ਗਿਆਨ ਹੋ ਜਾਏ, ਇਸ ਕਰਕੇ ਇਹ ਕਿਤਾਬਾਂ ਪੋਥੀਆਂ ਗ੍ਰੰਥ ਸਟੱਡੀ ਇਸੇ ਕਰਕੇ ਕਰਦਾ ਵੀ ਇਹਨੂੰ ਪਤਾ ਲੱਗ ਜਾਏ ਵੀ ਹਉਮੈ ਕਿਵੇਂ ਨੁਕਸਾਨ ਕਰਦੀ ਹੈ, ਜੀਵਨ ਕਿੰਨਾ ਕੀਮਤੀ ਹੈ, ਲਾਹਾ ਕਿਵੇਂ ਲਿਆ ਜਾ ਸਕਦਾ। ਪਰ ਮਹਾਰਾਜ ਕਹਿੰਦੇ ਇੱਥੇ ਤੇ ਕੁਝ ਹੋਰ ਹੀ ਦੇਖਣ ਵਿੱਚ ਆ ਰਿਹਾ ਕਿ ਮਨੁੱਖ ਸੁਣਦਾ ਬਹੁਤ ਉਪਦੇਸ਼ ਹੈ, ਪੜ੍ਹਦਾ ਵੀ ਬਹੁਤ ਹੈ, ਬੜੀਆਂ ਕਿਤਾਬਾਂ ਗ੍ਰੰਥ ਪੋਥੀਆਂ ਬੜੀ ਸਟੱਡੀ ਹੈ ਇਹਦੀ। ਸੁਣ ਸੁਣ ਗੰਢਨ ਗੰਢੀ ਹੈ, ਪਰ ਕਾਹਦੇ ਵਾਸਤੇ? ਗੰਢਣ ਵਾਸਤੇ, ਵੀ ਲੋਕਾਂ ਨੂੰ ਪ੍ਰਭਾਵ ਹੇਠ ਲੈਣਾ। ਫਲਾਣਾ ਬੰਦਾ ਗੰਢ ਲਿਆ, ਫਲਾਣੇ ਆਪਾਂ ਗੰਢ ਲਏ ਨੇ, ਆਪਾਂ ਉਹਨੂੰ ਵਰਤਾਂਗੇ, ਉਹਦਾ ਲਾਹਾ ਲਵਾਂਗੇ। ਮਹਾਰਾਜ ਕਹਿੰਦੇ ਸੁਣ ਸੁਣ ਗੰਢਨ ਗੰਢੀ ਹੈ। ਐਸਾ ਜਿਹੜਾ ਪੜ੍ਹਿਆ ਇਹ ਸਿਰਫ ਭਾਰ ਹੀ ਹੈ। ਫਿਰ ਮਹਾਰਾਜ ਕਹਿੰਦੇ ਲਿਖ ਪੜ ਬੁੱਝ ਹੈ ਭਾਰ, ਇਹ ਭਾਰ ਹੀ ਹੈ। ਇਸੇ ਕਰਕੇ ਪੜ੍ਹਨਾ ਚੰਗੀ ਗੱਲ ਹੈ, ਪਰ ਪੜ੍ਹ ਪੜ੍ਹ ਕੇ ਜੇ ਅਸਲੀ ਗੱਲ ਨੂੰ ਨਾ ਪੜ੍ਹਿਆ ਫਿਰ ਪੜ੍ਹਿਆ ਹੋਇਆ ਬੇਅਰਥ ਵੀ ਹੈ। ਇਸੇ ਕਰਕੇ ਗਰੀਬ ਨਵਾਜ ਨੇ ਆਖਿਆ ਸੀ ਬਈ ਜਿੱਥੇ ਆਪਾਂ ਇਹ ਬਚਨ ਪੜ੍ਹਦੇ ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਵੀ ਮਨੁੱਖ ਸਾਰੀ ਜ਼ਿੰਦਗੀ ਪੜ੍ਹਦਾ ਰਹੇ, ਸਾਰਾ ਜੀਵਨ ਪੜ੍ਹਦਾ ਰਹੇ, ਪੋਥੀਆਂ ਵਾਚਦਾ ਰਹੇ, ਪਰ ਜੇ ਤੱਤ ਦੀ ਗੱਲ ਨੂੰ ਨਹੀਂ ਸਮਝਿਆ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆ ਹੈ, ਪੜ੍ਹ ਪੜ੍ਹ ਗੱਡੀਆਂ ਹੈ ਖਾਤ, ਪੜ੍ਹੀਆਂ ਹੈ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਆਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਆ ਮਹਾਰਾਜ ਨੇ ਜਿਹੜਾ ਇਸ਼ਾਰਾ ਕੀਤਾ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਅਹਨਸ ਅਗਲੀ। ਹੁਣ ਅੰਦਰ ਤ੍ਰਿਸ਼ਨਾ ਭਾਰੂ ਹੋ ਗਈ। ਤ੍ਰਿਸ਼ਨਾ ਇੱਕ ਵਿਕਾਰ ਹੈ। ਤ੍ਰਿਸ਼ਨਾਲੂ ਮਨੁੱਖ ਕਦੇ ਰੱਜਦਾ ਨਹੀਂ ਹੈ। ਤ੍ਰਿਸ਼ਨਾਲੂ ਮਨੁੱਖ ਪਤਾ ਨਹੀਂ ਕਿੱਥੋਂ ਤੱਕ ਜਾ ਡਿੱਗੇ। ਜਿਹਦੇ ਅੰਦਰ ਤ੍ਰਿਸ਼ਨਾ ਭਾਰੂ ਹੋ ਗਈ ਉਹ ਇੱਕ ਤਰ੍ਹਾਂ ਦਾ ਇਉਂ ਕਹਿ ਲਓ ਵੀ ਉਹਦੇ ਅੰਦਰੋਂ ਸਾਰੇ ਗੁਣਾਂ ਦਾ ਨਾਸ਼ ਹੋ ਜਾਂਦਾ ਹੈ। ਹਉਮੈ ਰੋਗ ਵਿਕਾਰ, ਇਹ ਬਹੁਤ ਵੱਡਾ ਇੱਕ ਵਿਕਾਰ ਵੀ ਹੈ। ਹਉਮੈ ਦਾ ਰੋਗ ਲੱਗ ਜਾਂਦਾ, ਵਿਕਾਰਾਂ ਨਾਲ ਪੀੜਤ ਹੋ ਜਾਂਦਾ ਹੈ। ਹਉਮੈ ਰੋਗ ਬਾਣੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਇਸ਼ਾਰੇ ਨੇ। ਮਹਾਰਾਜ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਸਭ ਤੋਂ ਵੱਡਾ ਰੋਗ ਹੀ ਹਉਮੈ ਦਾ, ਘਾਤਕ ਰੋਗ ਹੀ ਹਉਮੈ ਦਾ। ਹਉਮੈ ਵੱਡਾ ਰੋਗ ਹੈ। ਪਰ ਇੱਕ ਬੇਨਤੀ ਕਰਾਂ, ਬਾਕੀ ਦੇ ਰੋਗ ਟੈਸਟਾਂ 'ਚ ਆ ਜਾਂਦੇ ਨੇ, ਟੈਸਟ ਕਰਾਉਂਦੇ ਆਪਾਂ, ਬਹੁਤ ਕੁਝ ਇਸ ਤਰ੍ਹਾਂ ਦੇ ਡਾਇਗਨੋਜ਼ ਕਰਾ ਲੈਂਦੇ ਜਿਹਨਾਂ 'ਚ ਪਤਾ ਲੱਗਦਾ, ਪਰ ਹਉਮੈ ਕਿਸੇ ਟੈਸਟ 'ਚ ਨਹੀਂ ਆਉਂਦੀ। ਕਿਸੇ ਮਸ਼ੀਨ, ਅੱਜ ਤੱਕ ਕੋਈ ਮਸ਼ੀਨ ਨਹੀਂ ਵੀ ਤੁਸੀਂ ਟੈਸਟ ਕਰੋ ਕਿੰਨੇ % ਤੁਹਾਨੂੰ ਹਉਮੈ ਹੋ ਗਈ ਹੈ। ਨਹੀਂ, ਹਉਮੈ ਤੁਹਾਨੂੰ ਗੁਰੂ ਦੱਸਦਾ ਹੈ, ਕਿਉਂਕਿ ਗੁਰੂ ਇੱਕ ਐਸਾ ਵੈਦ ਹੈ, ਉਹ ਦੱਸ ਦਿੰਦਾ ਵੀ ਤੁਸੀਂ ਹਉਮੈ ਦੇ ਪੇਸ਼ੈਂਟ ਹੋ ਗਏ ਹੋ, ਹਉਮੈ ਦਾ ਰੋਗ ਤੁਹਾਨੂੰ ਚਿੰਬੜ ਗਿਆ। ਤੇ ਹਉਮੈ ਦੇ ਰੋਗ ਦਾ ਇਲਾਜ ਕੀ ਹੈ? ਮੈਂ ਬੇਨਤੀ ਕਰ ਰਿਹਾ ਸੀ, ਕਹਿੰਦੇ ਉਹ ਬੇਹ ਪਰਵਾਹ ਅਤੋਲਵਾ ਗੁਰਮਤਿ ਕੀਮਤ ਸਾਰ। ਪਰਮੇਸ਼ਰ ਜਿਹੜਾ ਹੈ ਉਹ ਬੇਪਰਵਾਹ ਹੈ, ਸੱਚਮੁੱਚ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਅਸੀਂ ਜਣੇ ਖਣੇ ਦੀ ਪਰਵਾਹ ਕਰਦੇ ਹਾਂ, ਪਰ ਪਰਮੇਸ਼ਰ ਪਰਮਾਤਮਾ ਬੇਪਰਵਾਹ ਹੈ।
ਅਤੋਲਵਾ, ਉਹਨੂੰ ਤੋਲਿਆ ਵੀ ਨਹੀਂ ਜਾ ਸਕਦਾ ਹੈ। ਕੋਈ ਵੱਟੇ ਐਸੇ ਨੇ, ਕੋਈ ਤਕੜੀ ਐਸੀ ਨਹੀਂ ਜਿਹਦੇ ਨਾਲ ਉਹਨੂੰ ਤੋਲਿਆ ਜਾ ਸਕੇ, ਇਸੇ ਕਰਕੇ ਉਹਨੂੰ ਅਤੋਲਵਾ ਆਖਿਆ। ਗੁਰਮਤਿ ਕੀਮਤ ਸਾਰ, ਗੁਰੂ ਦੀ ਮੱਤ ਦੇ ਦੁਆਰਾ ਉਹਦੀ ਕੀਮਤ ਦਾ ਜਿਹੜਾ ਪਤਾ ਲੱਗਦਾ ਹੈ। ਫਿਰ ਮਨੁੱਖ ਦੇ ਕੋਲ ਜਦੋਂ ਗੁਰੂ ਕੀ ਮੱਤ ਆ ਜਾਂਦੀ ਹੈ ਸੰਗਤ ਜੀ, ਉਹ ਅਕਾਲ ਪੁਰਖ ਦੀ ਕੀਮਤ ਪਾਉਣ ਵਾਲੇ ਪਾਸੇ ਜਾਂਦਾ ਹੀ ਨਹੀਂ, ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਉਹ ਗੁਣ ਗਾਉਂਦਾ ਹੈ, ਸਿਫਤਲਾ ਕਰਦਾ ਹੈ, ਵਡਿਆਈਆਂ ਕਰਦਾ ਹੈ, ਜਸ ਕਰਦਾ ਹੈ, ਆਪਣੇ ਸਵਾਸਾਂ ਨੂੰ ਸਫਲਾ ਕਰਦਾ ਹੈ, ਆਪਣੇ ਜੀਵਨ ਨੂੰ ਸਫਲਾ ਕਰ ਜਾਂਦਾ ਹੈ। ਉਹ ਸਿਫਤਲਾ ਕਰਦਾ 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 ਆਪਣਾ ਅਕਾਲ ਪੁਰਖ ਨੂੰ, ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ, ਜਿਹਦੇ ਕਰਕੇ ਫਿਰ ਉਹਦਾ ਲੋਕ ਤੇ ਪਰਲੋਕ ਸਫਲਾ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਲੱਖ ਸਿਆਣਪ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧਨ ਤਰਾਪੀਆ, ਬਿਨ ਨਾਵੈ ਦੁਖ ਸੰਤਾਪ। ਲੱਖਾਂ ਹੀ ਸਿਆਣਪ ਮਨੁੱਖ ਦੇ ਕੋਲੇ ਹੋਣ, ਬਹੁਤ ਸਿਆਣਾ ਹੋ ਜਾਏ, ਸਿਆਣਪ ਤੋਂ ਕੰਮ ਲੈ ਕੇ ਚੱਲੇ, ਪਰ ਲੱਖ ਸਿਉ ਪ੍ਰੀਤ ਮਿਲਾਪ, ਕੀ ਇਹਦੇ ਨਾਲ ਪਰਮਾਤਮਾ ਦਾ ਮਿਲਾਪ ਸੰਭਵ ਹੈ? ਤੁਸੀਂ ਰੋਜ਼ ਦੇ ਸਰਵਣ ਕਰਨ ਵਾਲੇ ਹੋ। ਮਹਾਰਾਜ ਨੇ ਤਾਂ ਸ਼ੁਰੂਆਤ ਵਿੱਚ ਹੀ, ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਸ਼ਬਦ ਵਿਚਾਰ ਰਹੇ ਹਾਂ, ਸ਼ੁਰੂਆਤ ਵਿੱਚ ਹੀ ਇਹ ਗੱਲ ਮਹਾਰਾਜ ਨੇ ਕਹਿਤੀ ਸੀ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਬਿਲਕੁਲ ਲਾਈਨ ਮਾਰਤੀ ਇਹਦੇ ਤੇ। ਇਹਦਾ ਮਤਲਬ ਇਹ ਨਹੀਂ ਵੀ ਸੀ ਸਿਆਣੇ ਨਹੀਂ ਹੋਣਾ, ਸਿਆਣੇ ਹੋਣਾ, ਸਮਝਦਾਰ ਹੋਣਾ, ਗੁਰਬਾਣੀ ਤੋਂ ਨੌਲੇਜ ਲੈਣੀ ਹੈ, ਇਤਿਹਾਸ ਤੋਂ ਸਿੱਖਣਾ, ਪਰ ਸਿਆਣਪ ਹੋਣ ਦਾ ਮਾਣ ਨਾ ਹੋਵੇ, ਸਿਆਣੇ ਹੋਣ ਦਾ ਹੰਕਾਰ ਨਾ ਹੋਵੇ। ਜੇ ਇਸ ਤਰ੍ਹਾਂ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜੇ ਬੜੇ ਸਿਆਣੇ ਇੱਥੇ ਹੋਏ ਨੇ, ਪ੍ਰਵਾਨ ਨਹੀਂ ਚੜੇ। ਲੱਖ ਸਿਆਣਪ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧਨ ਤਰਾਪੀਆ। ਮਹਾਰਾਜ ਕਹਿੰਦੇ ਬਿਨ ਨਾਵੈ ਦੁਖ ਸੰਤਾਪ, ਸੰਗਤ ਤੋਂ ਬਿਨਾਂ ਨਾ ਤ੍ਰਿਪਤੀ ਹੈ, ਸੰਗਤ ਤੋਂ ਬਿਨਾਂ ਨਾ ਦੁੱਖਾਂ ਦਾ ਨਾਸ਼ ਹੈ। ਸੰਗਤ ਦੇ ਵਿੱਚ ਆ ਕੇ ਹੀ ਇਹ ਪਤਾ ਲੱਗਦਾ ਹੈ ਵੀ ਤ੍ਰਿਪਤੀ ਕਿਵੇਂ ਹੋਵੇਗੀ। ਅਸਲ ਵਿੱਚ ਜੀਵਨ ਦੀ ਤ੍ਰਿਪਤੀ ਕਿੱਥੇ ਹੈ? ਅਸੀਂ ਧਨ ਨਾਲ ਤ੍ਰਿਪਤ ਹੋਣਾ ਚਾਹੁੰਦੇ ਹਾਂ, ਅਸੀਂ ਦੁਨੀਆ ਦੀਆਂ ਵਡਿਆਈਆਂ ਨਾਲ ਤ੍ਰਿਪਤ ਹੋਣਾ ਚਾਹੁੰਦੇ ਹਾਂ। ਸਾਡੇ ਪੈਮਾਨੇ ਗਲਤ ਨੇ। ਜਦੋਂ ਕਿ ਤ੍ਰਿਪਤੀ ਪਰਮੇਸ਼ਰ ਦੇ ਨਾਮ ਨਾਲ ਹੀ ਮਿਲੇਗੀ। ਤਾਂ ਹੀ ਤਾਂ ਮਹਾਰਾਜ ਨੇ ਬਾਣੀ 'ਚ ਆਖਿਆ, ਜਦੋਂ ਆਪਾਂ ਸੰਗਤ ਵਿੱਚ ਬੈਠਦੇ ਹਾਂ, ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਹੈ, ਪਤਾ ਲੱਗਦਾ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਜਿੱਦਣ ਇਹ ਗੱਲ ਸਮਝ ਵਿੱਚ ਆ ਗਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਪਰਮਾਤਮਾ ਦੇ ਨਾਮ ਵਾਲੇ ਪਾਸੇ, ਸਿਮਰਨ ਵਾਲੇ ਪਾਸੇ, ਬੰਦਗੀ ਵਾਲੇ ਪਾਸੇ ਧਿਆਨ ਦਿੰਦਾ, ਉਹਨੂੰ ਅੰਦਰੋਂ ਐਸੀ ਤ੍ਰਿਪਤੀ ਆ ਜਾਂਦੀ ਹੈ, ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਨਾਮ ਤੋਂ ਬਿਨਾਂ ਉਹਨੂੰ ਲੱਗਦਾ ਵੀ ਜੀਵਨ ਖਾਲੀ ਹੈ, ਜੀਵਨ ਵਿਅਰਥ ਹੈ, ਜੀਵਨ ਕਿਸੇ ਲੇਖੇ 'ਚ ਨਹੀਂ ਹੈ। ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਜੀਵਨ ਨਾਮ ਲਈ ਮਿਲਿਆ, ਨਾਮ ਜਪਣਾ। ਹਰ ਜਪ ਜੀਅਰੇ ਛੁੱਟੀ ਐ, ਗੁਰਮੁਖ ਚੀਨੈ ਆਪ। ਗੁਰਮੁਖ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ, ਗੁਰੂ ਦੀ ਬਾਣੀ ਨੂੰ ਮੰਨਣ ਸੁਣਨ ਕਮਾਉਣ ਦੇ ਨਾਲ ਫਿਰ ਕੀ ਹੈ? ਕਹਿੰਦੇ ਚੀਨੈ ਆਪ। ਮਨੁੱਖ ਆਪਣੇ ਆਪ ਨੂੰ ਚੀਨਦਾ। ਬਹੁਤ ਜ਼ਰੂਰੀ ਆਪਣੇ ਆਪ ਨੂੰ ਚੀਨਣਾ, ਆਪਣੇ ਆਪ ਨੂੰ ਸਮਝਣਾ। ਮਹਾਰਾਜ ਕਹਿੰਦੇ ਹਰ ਜਪ ਜੀਅਰੇ ਛੁੱਟੀ ਹੈ। ਫਿਰ ਮਨੁੱਖ ਹਰੀ ਨੂੰ ਜਪਦਾ, ਜਪ ਕੇ ਉਹਦਾ ਛੁਟਕਾਰਾ ਹੁੰਦਾ, ਉਹ ਛੁਟਕਾਰੇ ਵਾਲੇ ਪਾਸੇ ਨੂੰ ਤੁਰਦਾ। ਸੱਚਮੁੱਚ ਛੁਟਕਾਰਾ ਸਾਡਾ ਉਦਣੇ ਹੀ ਹੋਣਾ ਜਿੱਦਣੇ ਅਸੀਂ ਜਪਣ ਵਾਲੇ ਪਾਸੇ ਨੂੰ, ਲਾਹੇ ਵਾਲੇ ਪਾਸੇ ਨੂੰ ਤੁਰਾਂਗੇ। ਫਿਰ ਤੇ ਤਾਂ ਹੀ ਤਾਂ ਮਹਾਰਾਜ ਨੇ ਆਖਿਆ ਸੀ ਬਾਣੀ ਦੇ ਵਿੱਚ ਵੀ ਇਹੀ ਮੌਕਾ ਹੈ, ਇਹੀ ਇੱਕ ਵਾਰੀ ਹੈ, ਇਹੀ ਇੱਕ ਸਮਾਂ। ਸ਼ਬਦ ਦਾ ਚੌਥਾ ਤੇ ਅਖੀਰਲਾ ਬੰਦ ਹੈ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ, ਤ੍ਰਿਭਾਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ। ਤਨ ਮਨ ਗੁਰ ਪਹਿ, ਗੁਰੂ ਦੇ ਅੱਗੇ ਆਪਣਾ ਸਾਰਾ ਕੁਝ ਵੇਚਣ ਤੋਂ ਭਾਵ ਕੀ ਹੈ? ਸਮਰਪਿਤ ਕਰ ਦੇਣਾ, ਆਪਣਾ ਆਪਾਂ ਭੇਟ ਕਰ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਆਪਣਾ ਆਪਾਂ ਸਮਰਪਿਤ ਕਰਨਾ, ਆਪਣਾ ਆਪਾਂ ਭੇਟ ਕਰਨਾ। ਜਿਨ੍ਹਾਂ ਨੇ ਤਨ ਮਨ ਗੁਰੂ ਨੂੰ ਸਮਰਪਿਤ ਕਰਤਾ, ਉਹ ਗੁਰੂ ਦੀ ਮੱਤ ਦੇ ਅਨੁਸਾਰ ਹੀ ਜਿਉਂਦੇ ਨੇ, ਆਪਣੀ ਮੱਤ ਦਾ ਭੋਗ ਪਾ ਦਿੰਦੇ ਨੇ। ਮਹਾਰਾਜ ਕਹਿੰਦੇ ਮਨ ਦੀ ਆ ਸਿਰ ਨਾਲ, ਆਪਣਾ ਮਨ ਵੀ ਸਮਰਪਿਤ ਕਰਤਾ, ਤਨ ਮਨ। ਤੇ ਫਿਰ ਅੱਗੇ ਬਚਨ ਕੀਤਾ ਸਤਿਗੁਰੂ ਕਹਿੰਦੇ ਤ੍ਰਿਭਾਵਨ ਖੋਜ ਟੰਡੋਲਿਆ। ਤ੍ਰੈ ਭਾਵਨਾਂ ਦੇ ਵਿੱਚ
ਤਿੰਨਾਂ ਭਵਨਾਂ ਦੇ ਵਿੱਚ ਉਹਨੂੰ ਖੋਜਿਆ, ਢੰਡੋਲਿਆ, ਲੱਭਿਆ, ਭਾਲਿਆ, ਪਰ ਨਹੀਂ ਮਿਲਿਆ। ਮਹਾਰਾਜ ਤੇ ਬਾਣੀ 'ਚ ਕਥਾ ਤੇ ਕਹਿੰਦੇ ਨੇ, ਕਹਿੰਦੇ ਢੂੰਡਤ ਢੂੰਡਤ ਢਹਿ ਗਏ। ਬਹੁਤੇ ਬੰਦੇ ਉਹਨੂੰ ਲੱਭਦਿਆਂ 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 ਗੁਆਚ ਗਏ, ਉਹਨੂੰ ਭਾਲਦਿਆਂ ਭਾਲਦਿਆਂ ਹੀ ਗੁਆਚ ਗਏ। ਪਰ ਕਿਵੇਂ ਮਿਲੇਗਾ, ਕਿਵੇਂ ਮਿਲਾਪ ਹੋਵੇਗਾ? ਤੇ ਮਹਾਰਾਜ ਨੇ ਬੜੇ ਸੋਹਣੇ ਇਸ਼ਾਰੇ ਕੀਤੇ ਨੇ। ਕਾਹੇ ਰੇ ਬਨ ਖੋਜਨ ਜਾਹੀ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਇਹ ਸ਼ਬਦ ਵਿੱਚ ਦੱਸਿਆ ਵੀ ਬਾਹਰੋਂ ਨਹੀਂ, ਉਹ ਅੰਦਰੋਂ ਹੀ ਵਾਪਰ ਜਾਏਗੀ ਖੇਡ, ਅੰਦਰੋਂ ਹੀ ਮਿਲਾਪ ਹੋ ਜਾਏਗਾ। ਪਰ ਕਦੋਂ? ਜਦੋਂ ਗੁਰੂ ਦੀ ਬਾਣੀ ਦੇ ਮੁਤਾਬਕ, ਗੁਰਮਤਿ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਕਹਿੰਦੇ ਗੁਰਮੁਖ ਖੋਜ ਨਿਹਾਲ, ਉਹ ਨਿਹਾਲ ਹੋ ਗਏ, ਉਹਨਾਂ ਨੂੰ ਉਹਦੀ ਪ੍ਰਾਪਤੀ ਹੋ ਗਈ, ਉਹਨਾਂ ਨੇ ਖੋਜ ਲਿਆ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਜਦੋਂ ਐਸਾ ਲਾਹੇ ਵਾਲਾ ਜੀਵਨ ਪੜ੍ਹਦੇ ਹਾਂ, ਇੱਕ ਮੈਨੂੰ ਛੋਟੀ ਜਿਹੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਦੇ ਕੋਲ ਭਰਤਪੁਰ ਤੋਂ ਸੰਗਤ ਆਈ। ਸੰਗਤਾਂ ਦਾ ਇੱਕ ਇਕੱਠ ਆਇਆ, ਇੱਕ ਜਥਾ ਆਇਆ। ਭਰਤਪੁਰ ਤੋਂ ਉਹਨਾਂ ਦੇ ਵਿੱਚ ਇੱਕ ਜਗਨਾ ਨਾਮ ਦਾ ਕਸਾਈ ਆਉਂਦਾ ਹੈ। ਉਹ ਆਪਣੀ ਕਿਰਤ ਕਰਦਾ, ਜਿਹੜੀ ਉਹਦੀ ਕਿਰਤ ਸੀ ਕਸਾਈ ਪਣੇ ਦੀ। ਤੇ ਉਹਨੂੰ ਕਈ ਵਾਰੀ ਉਹਦੇ ਮਨ 'ਚ ਇਸ ਤਰ੍ਹਾਂ ਦੀਆਂ ਵਿਚਾਰ ਆਉਣੀਆਂ, ਉਹ ਮੇਰੀ ਕਿੱਤਾ ਕੈਸਾ, ਮੇਰੀ ਕਿਰਤ ਕੈਸੀ ਹੈ, ਮੈਂ ਕਸਾਈ ਹਾਂ, ਕਸਾਈਪੁਣਾ ਕਰ ਰਿਹਾ, ਪਤਾ ਨਹੀਂ ਮੇਰਾ ਜੀਵਨ ਕਿਵੇਂ ਹੋਏਗਾ, ਪਤਾ ਨਹੀਂ ਮੇਰਾ ਅਗਲਾ ਜੀਵਨ ਕੀ ਹੋਏਗਾ। ਉਹ ਅੰਦਰੋਂ ਝੁਰਦਾ ਰਹਿੰਦਾ ਸੀ। ਸੰਗਤ ਨਾਲ ਆ ਗਿਆ ਮਹਾਰਾਜ ਦੇ ਦਰਬਾਰ ਦੇ ਅੰਦਰ, ਭਰਤਪੁਰ ਦੀ ਸੰਗਤ ਸੀ। ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ, ਜੋਦੜੀ ਕੀਤੀ। ਆਪਣੇ ਮਨ ਦਾ ਜੋ ਉਹਦੇ ਮਨ 'ਚ ਚੱਲ ਰਿਹਾ ਸੀ, ਸਾਰਾ ਕੁਝ ਗੁਰੂ ਸਾਹਿਬ ਜੀ ਦੇ ਸਨਮੁਖ ਰੱਖ ਦਿੱਤਾ। ਬਾਣੀ 'ਚ ਜ਼ਿਕਰ ਆਉਂਦਾ ਵੀ ਸਾਰਾ ਕੁਝ ਗੁਰੂ ਦੇ ਸਮਰਪਿਤ ਰੱਖ ਦਿਓ। ਤੇ ਉਹਨੇ ਸਾਰਾ ਕੁਝ ਰੱਖਿਆ। ਕਹਿੰਦਾ ਮਹਾਰਾਜ ਆਹ ਮੇਰੀ ਕਿਰਤ ਹੈ, ਇਸ ਤਰ੍ਹਾਂ ਦਾ ਮੇਰਾ ਕੰਮ ਹੈ, ਇਸ ਤਰ੍ਹਾਂ ਦਾ ਮੇਰਾ ਜੀਵਨ ਜਿਉਣ ਦਾ ਤਰੀਕਾ ਹੈਗਾ, ਕਾਰ ਵਿਹਾਰ ਹੈ। ਪਰ ਮੇਰੇ ਮਨ ਅੰਦਰ ਮਹਾਰਾਜ ਇਹ ਚੱਲਦਾ ਰਹਿੰਦਾ, ਮੈਨੂੰ ਅੰਦਰ ਮੈਂ ਝੁਰਦਾ ਰਹਿਣਾ, ਪਛਤਾਵਾ ਵੀ ਬਣਿਆ ਰਹਿੰਦਾ ਤੇ ਡਰ ਵੀ ਬਣਦਾ ਹੈ, ਗਰੀਬ ਨਿਵਾਸ ਮੇਰਾ ਕੁਝ ਹੋ ਸਕਦਾ ਹੈ। ਕਹਿੰਦੇ ਨੇ ਬਾਲਾ ਪ੍ਰੀਤਮ ਨੇ ਵਚਨ ਕੀਤੇ, ਕਹਿਣ ਲੱਗੇ ਜਗਨੇ ਆ, ਇੱਥੇ ਭਾਈ ਸਦਨੇ ਕਸਾਈ ਦਾ ਜ਼ਿਕਰ ਪੜਾ। ਸਦਨਾ ਕਸਾਈ ਜਿਹੜਾ ਪ੍ਰਵਾਨ ਚੜ ਗਿਆ ਸੀ। ਪਰ ਤੇਰੀ ਕਿਰਤ ਜੈਸੀ ਵੀ ਹੈ, ਤੇ ਤੈਨੂੰ ਆਪਣੀ ਕਿਰਤ ਦਾ ਇਸ ਤਰ੍ਹਾਂ ਦਾ ਅਹਿਸਾਸ ਹੈ, ਤੈਨੂੰ ਇਸ ਤਰ੍ਹਾਂ ਲੱਗਦਾ ਤੂੰ ਗੁਰੂ ਦੇ ਦਰਬਾਰ ਵਿੱਚ ਆਇਆ, ਗੁਰੂ ਦੇ ਕੋਲੋਂ ਪੁੱਛ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਐਸੀ ਗੁਰਮਤਿ ਦ੍ਰਿੜ ਕਰਵਾਈ, ਉਹਨੂੰ ਐਸਾ ਕੰਮ ਕਰਨ ਦਾ ਢੰਗ ਤਰੀਕਾ ਸਮਝਾਇਆ, ਔਰ ਆਖਿਆ ਵੀ ਆਪਣੇ ਗੁਰੂ ਦੇ ਉੱਪਰ ਪੂਰਨ ਵਿਸ਼ਵਾਸ ਰੱਖ ਤੇ ਗੁਰੂ ਬੇੜੇ ਪਾਰ ਲਾਏਗਾ। ਤੇ ਉਹਨਾਂ ਨੂੰ ਇਸ਼ਾਰੇ ਵੀ ਕੀਤੇ ਵੀ ਜਿਵੇਂ ਬਾਣੀ ਚੋਂ ਨਹੀਂ ਪੜ੍ਹਦੇ ਆਪਾਂ ਵੀ ਸਿੰਘ ਸ਼ਰਨ ਕਤ ਜਾਈ ਹੈ ਜਾਂ ਜੰਬਕ ਗਰਾਸਾ ਹੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜਦੋਂ ਗਿੱਦੜਾਂ ਦਾ ਡਰ ਬਣਿਆ ਰਹੇ। ਜੇ ਤੈਨੂੰ ਇਸ ਤਰ੍ਹਾਂ ਦਾ ਤੇਰਾ ਛੁਟਕਾਰਾ ਹੋਏਗਾ, ਕਰਤਾਰ ਭਲੀ ਕਰੇਗਾ, ਤੇਰਾ ਜੀਵਨ ਸਫਲਾ ਹੋਏਗਾ। ਤੇਰੇ ਅੰਦਰ ਇਸ ਗੱਲ ਦਾ ਅਹਿਸਾਸ ਚੱਲ ਰਿਹਾ ਹੈ, ਤੇਰੇ ਅੰਦਰ ਇਸ ਗੱਲ ਦਾ ਡਰ ਵੀ ਚੱਲ ਰਿਹਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਆਖਿਆ ਵੀ ਸਵਾਸ ਸਵਾਸ ਸਿਮਰਿਆ ਕਰ, ਲਾਹਾ ਲੈਣ ਦਾ ਵਕਤ ਹੈ। ਤੇ ਉਸ ਕਹਿੰਦੇ ਨੇ ਜਗਨੇ ਕਸਾਈ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਿਆ, ਹਿਰਦੇ 'ਚ ਵਸਾਇਆ, ਔਰ ਨਿਰਮਲ ਭੈ ਦੇ ਨਾਲ ਉਹਨਾਂ ਨੂੰ ਕਮਾਇਆ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਐਸੀ ਖੇਡ ਬਣੀ। ਕਹਿੰਦੇ ਉਹ ਆਪਣਾ ਜੀਵਨ ਸਫਲਾ ਕਰ ਗਿਆ। ਇਤਿਹਾਸ ਵਿੱਚ ਤਮਾਮ ਘਟਨਾਵਾਂ ਐਸੀਆਂ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਜ਼ੋਰ ਹਉਦੀਆਂ ਪੰਕਤੀਆਂ ਦੇ ਅੰਦਰ ਮਹਾਰਾਜ ਨੇ ਇਸ਼ਾਰਾ ਕੀਤਾ, ਮੇਰੇ ਮਨ ਲੈ ਲਾਹਾ ਕਰ ਜਾਹੇ, ਗੁਰਮੁਖ ਨਾਮ ਸਲਾਹੀ ਹੈ, ਹਉਮੈ ਨਿਵਰੀ ਪਾਹੇ। ਆਪਾਂ ਨੇ ਆਪਣੇ ਆਪ ਨੂੰ ਸਮਝਾਉਣਾ ਲਾਹੇ ਦਾ ਵਕਤ ਹੈ। ਲਾਹੇ ਕਾਰਨ ਆਇਆ ਜਗ। ਆਪਾਂ ਸਾਰੇ ਇੱਥੇ ਲਾਹਾ ਲੈਣ ਆਏ ਹਾਂ। ਲਾਹਾ ਗੁਰਬਾਣੀ ਦੇ ਕੀਰਤਨ ਦਾ, ਗੁਰਬਾਣੀ ਦੀ ਕਥਾ ਦਾ, ਸੇਵਾ, ਸਿਮਰਨ, ਭਜਨ ਬੰਦਗੀ। ਸਿੰਘ ਸਾਹਿਬ ਜੀ ਰੋਜ਼ ਅਨਾਉਂਸ ਕਰਦੇ ਨੇ, ਅਸੀਂ ਸੁਣਦੇ ਹਾਂ ਵੀ ਭਾਈ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ। ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ, ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ, ਲਾਹੇ ਪ੍ਰਾਪਤ ਕਰੋ। ਸੱਚਮੁੱਚ ਇਹਦੇ ਵਿੱਚ ਹੀ ਆਪਣਾ ਭਲਾ, ਇਹਦੇ ਵਿੱਚ ਹੀ ਆਪਣੇ ਜੀਵਨ ਦਾ ਭਲਾ, ਸਾਰਿਆਂ ਦਾ ਭਲਾ ਇਹਦੇ ਵਿੱਚ ਹੈ। ਆਪਾਂ ਕਹਿ ਸਕਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਤੁਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਦੇ ਲਾਹੇ ਪ੍ਰਾਪਤ ਕੀਤੇ ਨੇ।
ਇਹ ਖੇਡ ਬਣੀ ਰਹੇ, ਅਸੀਂ ਰੋਜ਼ ਲਾਹੇ ਪ੍ਰਾਪਤ ਕਰਦੇ ਰਹੀਏ। ਕੋਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਇਹ ਸਾਰੀ ਖੇਡ ਵਾਪਰ ਰਹੀ ਹੈ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਹੜੇ ਰੋਜ਼ ਇਹ ਰਹਿਮਤਾਂ ਵਰਤਾਉਂਦੇ ਨੇ। ਧੰਨਵਾਦ ਪ੍ਰਬੰਧਕ ਕਮੇਟੀ ਦਾ ਮਾਨਯੋਗ ਸਿੰਘ ਸਾਹਿਬ ਜੀ, ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦਾ ਵਿਸ਼ੇਸ਼ ਧੰਨਵਾਦ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਹਿਬ, ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਆਪ ਸਰਬਤ ਸੰਗਤਾਂ ਦਾ ਧੰਨਵਾਦ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੀ।